सतगुर आयो सरन तुहारी, मिलै सुख नाम हर सुभा, चिंता लाहे हमारी। अवर न सूझै दूजी ठाहर, हार परयो तो द्वारी। लेखा छोड़ अलेखा छूटै, मोहे निर्गुण लेहो उबारी। साध बख्शिंद सदा मेहरबाना, सबना दे आधारी। नानक दास संत पाछै परयो, राख लिहो ए बारी। नानक दास संत पाछै परयो, राख लिहो ए बारी। होवै सिफत खसमदी, नूर अरसों कुरसों छटियै। तुद डिठे सचे पातशाह, मल जन्म जन्म दे। तुद डिठे सचे पातशाह, मल जन्म जन्म दी कटिया। सतनाम श्री वाहिगुरु साहिब जीओ। राम कली की वार, राय बलवंड तथा सत्य ढूम आखी। एक ओंकार सतगुर प्रसाद, नाओ करता कादर करे। क्यों बोल होवै जो खीव दे गुणा सत भैन भराव है। पारंगत दान पढ़ीव दे, नाओ करता कादर करे। क्यों बोल होवे जो खीव दे। वाहेगुरु जी का खालसा, वाहेगुरु जी की फतेह। पतत पावन भगत वत्सल सतगुरु गरीब नवाज। गुरु ग्रंथ साहिब महाराज साहब जीआं दी पावन पवित्र हजूरी अंदर विराजमान हो रही गुरु की संगत। सतगुरां ने अमृत वेले गुरबाणी दे कीर्तन दी शैबर दे नाल सानू निहाल कीता है। इस वेले सतगुरां दी पवित्र गुरबाणी दी विचार श्रवण करन वास्ते गुरु दरबार विच प्राप्त होए हाँ। सतगुरु पातशाह महाराज साहब जी जो अज दा शब्द है 966 अंग दे उपर ये महाराज साहब जी बख्शिश कर रहे ने। आओ मन दे ध्यान नूं टकाईए, भावना दे नाल सतगुरां दे अमृत बचन जो हन सरवण करिए। मिल के आखिए सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਕੀ ਵਾਰ। ਸਤਿਗੁਰੂ ਪਾਤਸ਼ਾਹ ਇਹ ਰਾਮ ਕਲੀ ਦੀ ਵਾਰ ਇੱਥੇ ਤੀਜੀ ਵਾਰ ਲਿਖਦੇ ਪਏ। ਇਸ ਤੋਂ ਪਹਿਲਾਂ 2 ਵਾਰਾਂ ਇਸੇ ਰਾਗ ਵਿੱਚ ਆਪਾਂ ਪਹਿਲਾਂ ਸਰਵਣ ਕੀਤੀਆਂ। ਪਹਿਲੀ ਵਾਰ ਦੇ ਵਿੱਚ 21 ਸ਼ਲੋਕ ਮਹਾਰਾਜ ਨੇ ਬਖਸ਼ੇ ਸਨ। ਦੂਜੀ ਵਾਰ ਦੇ ਵਿੱਚ ਮਹਾਰਾਜ ਜੀਆਂ ਨੇ 22 ਸ਼ਲੋਕ ਸਾਨੂੰ ਬਖਸ਼ਿਸ਼ ਕੀਤੇ। ਇਹ ਹੁਣ 8 ਪੌੜੀਆਂ ਦੀ ਜਿਹੜੀ ਵਾਰ ਹੈ ਰਾਮ ਕਲੀ ਦੀ, ਇਹ ਵੀ ਮਹਾਰਾਜ ਸਾਹਿਬ ਜੀ ਸਾਡੇ ਉੱਪਰ ਕਿਰਪਾ ਕਰਦਿਆਂ ਹੋਇਆ ਬਖਸ਼ਿਸ਼ ਕਰ ਰਹੇ ਹਨ। ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਇਹ ਬਲਵੰਡ ਤੇ ਸੱਤਾ ਨਾਮ ਦੇ ਜਿਹੜੇ 2 ਮਰਾਸੀ ਨੇ ਨਾ, ਸੋ ਇਹਨਾਂ ਨੇ ਗੁਰੂ ਦਰਬਾਰ ਵਿੱਚ ਆ ਕੇ ਕੀ ਕੀਤਾ, ਇਹਨਾਂ ਦੇ ਨਾਲ ਕੀ ਹੋਇਆ, ਇਹ ਸਾਰਾ ਇਤਿਹਾਸ ਇਸ ਵਾਰ ਦੇ ਨਾਲ ਜੁੜਿਆ ਹੋਇਆ। ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਇਹ ਜੋ ਸੱਤਾ ਹੈ ਤੇ ਬਲਵੰਡਾ ਹਨ, ਦੋਨੇ ਮਰਾਸੀ ਔਰ ਕੀਰਤਨ ਕਰਨਾ, ਰਾਗ ਵਿਦਿਆ ਪੜ੍ਹਨੀ ਸੁਣਾਉਣੀ ਜਾਣਦੇ। ਕਈ ਸਾਰੇ ਦੇਸ਼ਾਂ ਵਿੱਚ, ਕਈ ਪ੍ਰਾਂਤਾਂ ਵਿੱਚ ਜਾ ਕੇ ਇਹਨਾਂ ਨੇ ਰਾਗ ਵਿਦਿਆ ਨੂੰ ਪੜ੍ਹਿਆ, ਸੁਣਾਇਆ, ਪਰ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ। ਪੂਰਬ ਦੇਸ਼ ਦੇ ਵਿੱਚ ਵਿਚਰਦਿਆਂ ਹੋਇਆਂ ਰਾਗ ਵਿਦਿਆ ਸੁਣਾਉਂਦਿਆਂ ਭਾਈ ਸੱਤੇ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਵਡਿਆਈ ਦਾ ਪਤਾ ਲੱਗਾ ਕਿ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਜੋ ਆਉਂਦਾ ਹੈ ਉਸ ਨੂੰ ਮਹਾਰਾਜ ਕਿਰਪਾ ਕਰਕੇ ਕਿਰਤਾਰਥ ਕਰਦੇ। ਸਭ ਤੋਂ ਪਹਿਲਾਂ ਭਾਈ ਸੱਤਾ ਜੀ ਮਹਾਰਾਜ ਜੀ ਦੇ ਕੋਲ ਆਏ। ਆ ਕੇ ਮਹਾਰਾਜ ਸਾਹਿਬ ਜੀਆਂ ਨੂੰ ਨਮਸਕਾਰ ਕੀਤੀ ਹੈ। ਮੁਖੋਂ ਵਡਿਆਈ ਦੇ ਬਚਨ ਆਖੇ। ਸਤਿਗੁਰਾਂ ਨੇ ਪੁੱਛਿਆ, ਭਾਈ ਨਾਮ ਕੀ ਹੈ ਤੇ ਕੰਮ ਕੀ ਕਰਦੇ ਹੋ? ਕਹਿੰਦਾ ਜੀ ਮੇਰਾ ਨਾਮ ਹੈ ਸੱਤਾ, ਮੈਂ ਕੀਰਤਨ ਦੀ ਵਿਦਿਆ, ਰਾਗ ਦੀ ਵਿਦਿਆ ਜਾਣਦਾ ਹਾਂ। ਮੇਰੀ ਰਜੋਈ ਇਹ ਹੈ, ਬੇਨਤੀ ਇਹ ਹੈ ਕਿ ਜੇ ਆਪ ਕਿਰਪਾ ਕਰੋ ਮੈਂ ਤੁਹਾਡੇ ਦਰਬਾਰ ਦੇ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਸਰਵਣ ਕਰਵਾਇਆ ਕਰਾਂਗਾ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬੜੇ ਦਿਆਲੂ ਨੇ, ਕਿਰਪਾਲੂ ਸੁਭਾਅ। ਮਹਾਰਾਜ ਜੀ ਦਾ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜਿਹੜਾ ਸ਼ਰਨ ਆ ਜਾਂਦਾ ਮਹਾਰਾਜ ਸਾਹਿਬ ਜੀ ਉਸ ਨੂੰ ਮਾਣ ਬਖਸ਼ਿਸ਼ ਕਰਦੇ। ਕਹਿਣ ਲੱਗੇ, ਠੀਕ ਹੈ ਭਾਈ, ਤੈਨੂੰ ਸਾਡੇ ਕੋਲੋਂ ਵੀ ਮਾਇਆ ਮਿਲਿਆ ਕਰੇਗੀ ਔਰ ਸੰਗਤ ਦੇ ਵੱਲੋਂ ਵੀ ਮਾਣ ਸਨਮਾਨ ਹੋਇਆ ਕਰੇਗਾ। ਤੂੰ ਗੁਰੂ ਕੀ ਸੰਗਤ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ ਕਰ। ਮਹਾਰਾਜ ਦਾ ਬਚਨ ਮੰਨ ਕੇ ਇਹ ਸੱਤਾ ਗੁਰੂ ਦਰਬਾਰ ਵਿੱਚ ਕੀਰਤਨ ਕਰਕੇ ਸਰਵਣ ਕਰਵਾਉਂਦਾ। ਸੰਗਤ ਵੱਲੋਂ ਮਾਣ ਸਨਮਾਨ ਮਿਲਦਾ, ਗੁਰੂ ਘਰ ਵੱਲੋਂ ਵੀ ਇਸ ਨੂੰ ਨਵਾਜਿਆ ਜਾਂਦਾ ਹੈ। ਇਸ ਦਾ ਪ੍ਰਸ਼ਾਦਾ ਪਾਣੀ ਹੁਣ ਚੰਗਾ ਚੱਲਦਾ ਪਿਆ, ਸੋਹਣਾ ਗੁਜ਼ਾਰਾ ਹੋਣਾ ਸ਼ੁਰੂ ਹੋ ਗਿਆ। ਇਸ ਦਾ ਜਿਹੜਾ ਦੂਜਾ ਭਰਾ ਹੈ ਜਿਸ ਨੂੰ ਬਲਵੰਡ ਆਖਿਆ ਹੈ, ਇਹ ਵੀ ਵਿਚਰਦਾ ਹੋਇਆ ਜਦੋਂ ਕਿਤੇੋਂ ਵੀ ਕੋਈ ਢੋਈ ਨਾ ਮਿਲੀ ਤੇ ਆਪਣੇ ਭਰਾ ਨੂੰ ਵੇਖ ਕੇ ਤੇ ਆਖਿਆ ਕਿ ਤੂੰ ਮੈਨੂੰ ਆਪਣੇ ਨਾਲ ਹੀ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਇਹ ਸਿਫਤ ਕਰਨ ਦੀ ਜਿਹੜੀ ਦਾਤ ਤੈਨੂੰ ਮਿਲੀ ਹੈ, ਮੈਨੂੰ ਵੀ ਇਹ ਦਾਤ ਮਿਲ ਜਾਵੇ। ਭਾਈ ਸੱਤਾ ਜੀ ਆਪਣੇ ਵੱਡੇ ਭਰਾ, ਇਹ ਬਲਵੰਡ ਵੱਡਾ ਹੈ, ਇਸ ਨੂੰ ਨਾਲ ਲੈ ਕੇ ਗੁਰੂ ਦਰਬਾਰ ਵਿੱਚ ਆਏ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਇਹ ਮੇਰਾ ਭਰਾ ਹੈ, ਇਹ ਵੀ ਕੀਰਤਨ ਦੀ ਵਿਦਿਆ ਜਾਣਦਾ, ਆਪ ਜੀ ਇਸ ਨੂੰ ਵੀ ਨਿਵਾਜਣਾ ਕਰੋ। ਮਹਾਰਾਜ ਸਾਹਿਬ ਜੀਆਂ ਨੇ ਉਸ ਦਾ ਵੀ ਕੀਰਤਨ ਸਰਵਣ ਕੀਤਾ ਤੇ ਦੋਨਾਂ ਭਰਾਵਾਂ ਨੂੰ ਆਪਣੇ ਕੋਲ ਹੀ ਮਹਾਰਾਜ ਜੀਆਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਰੱਖ ਲਿਆ। ਮਹਾਰਾਜ ਜੀਆਂ ਦੇ ਸਿੱਖ ਹੋਏ ਨੇ ਭਾਈ ਛੱਲੋ ਜੀ। ਜਦੋਂ ਗੁਰੂ ਪਾਤਸ਼ਾਹ ਜੀ ਇਸ ਸਥਾਨ ਨੂੰ ਪੱਕਿਆਂ ਕਰਵਾ ਰਹੇ ਸਨ, ਉਸ ਵੇਲੇ ਇੱਟਾਂ ਦੀ ਲੋੜ ਸੀ। ਪਰਿਕਰਮਾ ਸਰੋਵਰ ਦੀ ਸੇਵਾ ਮਹਾਰਾਜ ਕਰਵਾਉਂਦੇ ਪਏ। ਉਸ ਵੇਲੇ ਭਾਈ ਛੱਲੋ ਜੀ ਨੇ ਬਚਨ ਕੀਤੇ ਸਨ ਕਿ ਜਿਹੜਾ ਵੀ ਸਿੱਖ ਇੱਟਾਂ ਪੱਕੀਆਂ ਕਰਨ ਵਾਸਤੇ ਪਾਥੀਆਂ ਦੀ ਸੇਵਾ ਕਰੇਗਾ ਉਹਨੂੰ ਗੁਰੂ ਘਰ ਦੇ ਵਿੱਚੋਂ ਪੁੱਤਰਾਂ ਦੀ ਦਾਤ ਮਿਲੇਗੀ। ਇਹ ਐਸਾ ਸਿੱਖ ਸੀ ਬੰਦਗੀ ਵਾਲਾ। ਇਹ ਭਾਈ ਛੱਲੋ ਜੀਆਂ ਦੀ ਸੋ ਗੁਰਮੁਖੋ ਜਿਸ ਜਗ੍ਹਾ ਦੇ ਉੱਪਰ ਧਰਮਸ਼ਾਲਾ ਬਣੀ ਹੈ ਨਾ, ਉਸ ਦੇ ਨੇੜੇ ਹੀ ਮਹਾਰਾਜ ਸਾਹਿਬ ਜੀਆਂ ਨੇ ਇਹਨਾਂ ਦੋਵਾਂ ਭਰਾਵਾਂ ਦਾ ਟਿਕਾਣਾ ਕਰਵਾ ਦਿੱਤਾ ਕਿ ਤੁਸੀਂ ਭਾਈ ਇੱਥੇ ਰਿਹਾ ਕਰੋ। ਆਪਣੇ ਵੱਲੋਂ ਰਹਿਣ ਦਾ ਪ੍ਰਬੰਧ ਵੀ ਕੀਤਾ ਔਰ ਮਹਾਰਾਜ ਸਾਹਿਬ ਜੀਆਂ ਨੇ ਨਾਲ ਇਹਨਾਂ ਨੂੰ ਕੀਰਤਨ ਕਰਨ ਦੀ ਜਿਹੜੀ ਦਾਤ ਹੈ
ਉਹ ਵੀ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ। ਦੋਨੇ ਭਰਾ ਮਹਾਰਾਜ ਸਾਹਿਬ ਜੀਆਂ ਦੇ ਕੋਲ ਰਹਿੰਦੇ, ਕੀਰਤਨ ਕਰਦੇ, ਔਰ ਕੀਰਤਨ ਕਰਦਿਆਂ ਕਰਦਿਆਂ ਬੇਅੰਤ ਬਖਸ਼ਿਸ਼ਾਂ ਗੁਰੂ ਘਰ ਦੇ ਵੱਲੋਂ ਮਿਲੀਆਂ। ਹੁਣ ਗੁਰਮੁਖੋ ਸੰਗਤ ਵੀ ਮਾਣ ਕਰਦੀ ਹੈ, ਸਤਿਕਾਰ ਕਰਦੀ ਹੈ, ਪ੍ਰੇਮ ਕਰਦੀ ਹੈ, ਅਤੇ ਜਦੋਂ ਸੰਗਤ ਵੱਲੋਂ ਪ੍ਰੇਮ ਮਿਲਦਾ, ਮਾਇਆ ਮਿਲਦੀ ਹੈ, ਹੌਲੀ ਹੌਲੀ ਧਨ ਜਿਹੜਾ ਨਾ ਕੋਲ ਜਮ੍ਹਾਂ ਹੁੰਦਾ ਗਿਆ, ਤਾਂ ਪਿਛਲੀ ਗਰੀਬੀ ਵਾਲੇ ਦਿਨ ਭੁੱਲਦੇ ਗਏ। ਵਿਦਵਾਨ ਨੇ ਬੜਾ ਸੋਹਣਾ ਬਚਨ ਲਿਖਿਆ, ਕਹਿਣ ਲੱਗਾ, ਅਸ ਕੋ ਜਨਮਿਓ ਭਾਵ ਮਾਹੀ। ਦੁਨੀਆ ਵਿੱਚ ਇਹੋ ਜਿਹਾ ਕਿਹੜਾ ਪੈਦਾ ਹੋਇਆ, ਕੋਈ ਬੰਦਾ ਦੱਸੇ। ਪ੍ਰਭਤਾ ਪਾਏ ਜਾਸ ਮਦ ਨਾਹੀ। ਬੰਦੇ ਨੂੰ ਵਡਿਆਈ ਮਿਲੇ ਤੇ ਹੰਕਾਰ ਨਾ ਹੋਵੇ, ਕੋਈ ਹੈ ਦੁਨੀਆ ਤੇ ਇਹੋ ਜਿਹਾ ਬੰਦਾ? ਨਹੀਂ, ਵਡਿਆਈ ਭਾਵੇਂ ਨਾ ਵੀ ਮਿਲੇ, ਹੰਕਾਰ ਪਹਿਲਾਂ ਹੀ ਹੋਇਆ ਹੁੰਦਾ ਹੈ। ਪਰ ਜਿਹਨੂੰ ਵਡਿਆਈ ਮਿਲ ਜਾਵੇ ਉਹਦਾ ਹੰਕਾਰ ਹੋਣਾ ਲਾਜ਼ਮੀ ਹੈ। ਮਹਾਰਾਜ ਨੇ ਆਖਿਆ, ਨਾਨਕ ਤੇ ਨਾਲ ਅਸਰ ਖਰ ਜੇ ਬਿਨ ਗੁਣ ਗਰਭ ਕਰੰਤ। ਜਿਹੜੇ ਲੋਕ ਬਿਨਾਂ ਕਿਸੇ ਗੁਣ ਤੋਂ ਹੰਕਾਰ ਕਰਦੇ, ਉਹਨਾਂ ਨੂੰ ਅਸਲੀ ਖੋਤੇ ਮਹਾਰਾਜ ਨੇ ਆਖਿਆ ਵੀ ਉਹ ਅਸਲੀ ਖੋਤਾ ਗੁਣ ਹੈ, ਹੰਕਾਰ ਕਰਿਆ ਹੋਇਆ। ਪਰ ਗੁਰਮੁਖੋ ਦੂਸਰੇ ਪਾਸੇ ਜਿਨ੍ਹਾਂ ਦੇ ਕੋਲ ਵਿਦਿਆ ਹੈ, ਤੇ ਵਿਦਿਆ ਹੋਣ ਦੇ ਬਾਵਜੂਦ ਹੰਕਾਰ ਨਾ ਹੋਵੇ, ਤੇ ਕਿਵੇਂ ਹੋ ਸਕਦਾ? ਵਿਦਵਾਨ ਨੇ ਲਿਖਿਆ, ਅਸ ਕੋ ਜਨਮਿਓ ਭਾਵ ਮਾਹੀ। ਭਾਵ ਕਹੀਏ ਸੰਸਾਰ, ਕੋਈ ਦੁਨੀਆ ਵਿੱਚ ਸੰਸਾਰ ਵਿੱਚ ਇਹੋ ਜਿਹਾ ਪੈਦਾ ਹੋਇਆ। ਤੇ ਬਚਨ ਲਿਖਦੇ ਪਏ, ਪ੍ਰਭਤਾ ਪਾਏ ਜਾਸ ਮਦ ਨਾਹੀ। ਬੰਦੇ ਨੂੰ ਵਡਿਆਈ ਮਿਲੇ ਤੇ ਹੰਕਾਰ ਨਾ ਹੋਵੇ, ਹੋ ਕਿਵੇਂ ਸਕਦਾ ਹੈ? ਜ਼ਰੂਰ ਹੋ ਜਾਂਦਾ ਹੈ। ਹੁਣ ਸੰਗਤਾਂ ਵੱਲੋਂ ਮਾਣ ਮਿਲਦਾ, ਸਤਿਕਾਰ ਮਿਲਦਾ, ਤੇ ਮਨ ਵਿੱਚ ਪ੍ਰਭਤਾ ਤੇ ਹੰਕਾਰ ਪੈਦਾ ਹੁੰਦਾ। ਸਤਿਗੁਰਾਂ ਨੇ ਇਹਨਾਂ ਦੀ ਰਾਗ ਵਿਦਿਆ ਸੁਣ ਕੇ ਤੇ ਮਹਾਰਾਜ ਜੀਆਂ ਨੇ ਬਲਵੰਡ ਨੂੰ ਰਾਏ ਦਾ ਖਿਤਾਬ ਬਖਸ਼ਿਸ਼ ਕੀਤਾ। ਆਪਾਂ ਬਚਨ ਪੜ੍ਹਿਆ ਨਾ, ਰਾਏ ਬਲਵੰਡ। ਬਲਵੰਡ ਤੇ ਇਸ ਦਾ ਨਾਮ ਹੈ। ਰਾਏ ਪਦਵੀ, ਰਾਏ ਖਿਤਾਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਆ। ਇਸ ਦੀ ਕੀਰਤਨ ਦੀ ਵਿਦਿਆ ਸੁਣ ਕੇ ਵੀ ਤੇਰਾ ਕੀਰਤਨ ਬੜਾ ਸੋਹਣਾ ਹੈ। ਇਹ ਪਦਵੀਆਂ ਮਹਾਰਾਜ ਦੇ ਕੋਲੋਂ ਪ੍ਰਾਪਤ ਕਰਕੇ ਮਾਨ ਸਨਮਾਨ ਪ੍ਰਾਪਤ ਕਰਦੇ। ਗੁਰਮੁਖੋ ਸਮਾਂ ਬਤੀਤ ਹੋ ਗਿਆ। ਇੱਕ ਸਮਾਂ ਐਸਾ ਆਇਆ, ਇਹਨਾਂ ਨੇ ਆਪਣੇ ਘਰ ਦੇ ਵਿੱਚ ਭੈਣ ਦਾ ਵਿਆਹ ਰੱਖਿਆ। ਮਨ ਵਿੱਚ ਸੋਚਦੇ ਨੇ ਵੀ ਅਸੀਂ ਗੁਰੂ ਘਰ ਦੇ ਕੀਰਤਨੀਏ ਹਾਂ, ਵਿਆਹ ਵੀ ਚੰਗਾ ਠਾਠ ਬਾਠ ਨਾਲ ਹੋਣਾ ਚਾਹੀਦਾ। ਮਾੜਾ ਵਿਆਹ ਕਰਾਂਗੇ ਤੇ ਸੰਗਤ ਕੀ ਆਖਿਆ ਕਰੇਗੀ। ਹੁਣ ਜੇ ਚੰਗਾ ਵਿਆਹ ਕਰਨਾ ਤੇ ਉਹਦੇ ਵਾਸਤੇ ਖਰਚਾ ਵੀ ਬਹੁਤਾ ਚਾਹੀਦਾ, ਤੇ ਖਰਚਾ ਬਹੁਤਾ ਆਪਣੇ ਕੋਲ ਹੈ ਨਹੀਂ। ਸੋਚਦਿਆਂ ਸੋਚਦਿਆਂ ਇਹ ਵਿਚਾਰ ਆਈ ਵੀ ਆਪਾਂ ਗੁਰੂ ਪਾਤਸ਼ਾਹ ਨਾਲ ਗੱਲ ਕਰੀਏ ਵੀ ਮਹਾਰਾਜ ਸਾਹਿਬ ਜੀ, ਅਸੀਂ ਆਪਣੀ ਭੈਣ ਦਾ ਵਿਆਹ ਰੱਖੀ ਬੈਠੇ ਆ, ਆਪ ਕਿਰਪਾ ਕਰੋ, ਸਾਨੂੰ ਮਾਇਆ ਦਿਓ ਤੇ ਸਾਡਾ ਵਿਆਹ ਜਿਹੜਾ ਚੰਗਾ ਸੌਖਾ ਹੋ ਜਾਵੇ। ਵਿਚਾਰ ਕਰਕੇ ਗੁਰੂ ਪਾਤਸ਼ਾਹ ਦੇ ਕੋਲ ਆਏ, ਸਤਿਗੁਰਾਂ ਨੂੰ ਦੱਸਿਆ, ਮਹਾਰਾਜ ਅਸੀਂ ਆਪਣੀ ਭੈਣ ਦਾ ਵਿਆਹ ਰੱਖਿਆ, ਆਪ ਕਿਰਪਾ ਕਰਕੇ ਸਾਡੀ ਮਦਦ ਕਰੋ। ਗਰੀਬ ਨਵਾਜ ਸਤਿਗੁਰੂ ਕਹਿਣ ਲੱਗੇ, ਜਿੰਨੀ ਮਾਇਆ ਚਾਹੀਦੀ ਹੈ ਨਾ, ਜਿੰਨਾ ਖਰਚਾ ਹੋਣਾ ਮੰਗ ਲਓ, ਤੁਹਾਨੂੰ ਖਜ਼ਾਨੇ ਵਿੱਚੋਂ ਦਵਾ ਦਿੰਦੇ ਆ। ਜਦੋਂ ਇਹ ਬਚਨ ਸੁਣਿਆ, ਮਨ ਦੇ ਵਿੱਚ ਲੋਭ ਦਾ ਘੋੜਾ ਦੌੜਿਆ। ਸਤਿਗੁਰਾਂ ਦੇ ਕੋਲੋਂ ਕਿੰਨੇ ਕੁ ਮੰਗ ਕੇ ਲੈ ਲਵਾਂਗੇ, ਉਹ ਤੇ ਮੰਗਾਂਗੇ ਲੋਕਾਂ ਨੇ ਕਹਿਣਾ ਮਰਾਸੀ ਲੋਭੀ ਹੋ ਗਏ ਨੇ, ਲੋਭ ਕਰਦੇ ਪਏ। ਥੋੜ੍ਹੇ ਮੰਗਾਂਗੇ ਤੇ ਆਪਣਾ ਕੰਮ ਨਹੀਂ ਬਣਨਾ ਹੈ। ਇਹ ਗੱਲ ਸੋਚ ਕੇ ਮਹਾਰਾਜ ਨੂੰ ਕਹਿਣ ਲੱਗੇ, ਸਤਿਗੁਰੂ ਥੋੜ੍ਹੇ ਦਿਨਾਂ ਬਾਅਦ ਵਿਸਾਖੀ ਦਾ ਦਿਹਾੜਾ ਆ ਰਿਹਾ ਹੈ, ਆਪ ਕਿਰਪਾ ਕਰੋ, ਜਿੰਨੀ ਵਿਸਾਖੀ ਦੀ ਸੰਗਤ ਤੁਹਾਨੂੰ ਮੱਥਾ ਟੇਕੇ, ਉਹ ਸਾਰੇ ਦਾ ਸਾਰਾ ਟੇਕਿਆ ਹੋਇਆ ਮੱਥਾ ਸਾਨੂੰ ਦੇ ਦਿਓ। ਸਤਿਗੁਰੂ ਬਚਨ ਸੁਣ ਕੇ ਕਹਿਣ ਲੱਗੇ, ਭਾਈ ਇਹ ਕੀ ਗੱਲ ਹੋਈ, ਇਹ ਤੇ ਠੇਕਾ ਹੀ ਹੋ ਗਿਆ ਨਾ, ਗੁਰੂ ਘਰ ਨਾਲ ਠੇਕੇਦਾਰੀ ਨਹੀਂ ਕਰੀਦੀ ਹੈ। ਤੁਸੀਂ ਮੰਗ ਲਓ ਕਿੰਨਾ ਚਾਹੀਦਾ, ਜਿੰਨਾ ਮੰਗੋਗੇ ਮਿਲ ਜਾਏਗਾ। ਬਚਨ ਸੁਣ ਕੇ ਫਿਰ ਇਹਨਾਂ ਨੇ ਆਪਣੇ ਤੇਜ਼ ਦਿਮਾਗ ਦੇ ਘੋੜਾ ਦੜਾਉਂਦਿਆਂ ਹੋਇਆਂ ਆਖਿਆ ਵੀ ਜੇ ਮੰਗੇ ਤੇ ਗਿਣਤੀ ਵਿੱਚ ਆ ਜਾਣਗੇ। ਹੋ ਸਕਦਾ ਕੱਲ੍ਹ ਨੂੰ ਸਤਿਗੁਰੂ ਕੱਟ ਹੀ ਲੈਣ ਵੀ ਭਾਈ ਇੰਨੇ ਦਿੱਤੇ ਸਨ ਵਿਆਹ ਦੇ ਵਿੱਚ, ਤੇ ਹੁਣ ਲਿਆਓ ਹੌਲੀ ਹੌਲੀ ਕਰਕੇ ਵਾਪਸ ਕਰੋ। ਪਰ ਜੇ ਸੰਗਤ ਦਾ ਚੜਾਵਾ ਮੰਗ ਲਵਾਂਗੇ, ਉਹਦੀ ਗਿਣਤੀ ਕੋਈ ਨਹੀਂ ਹੈ। ਨਾਲੇ ਵਿਸਾਖੀ 'ਤੇ ਸੰਗਤ ਹੋਣੀ ਬਹੁਤੀ ਹੈ। ਗੁਰੂ ਅਮਰਦਾਸ ਪਾਤਸ਼ਾਹ ਤੋਂ ਇਹ ਦਿਹਾੜਾ ਗੁਰੂ ਘਰ ਦੇ ਵਿੱਚ ਵਿਸਾਖੀ ਦਾ ਮਨਾਇਆ ਜਾਣਾ ਸ਼ੁਰੂ ਹੋਇਆ ਸੀ, ਅਤੇ ਸੰਗਤਾਂ ਵਿਸਾਖੀ 'ਤੇ ਬੜੀ ਵੱਡੀ ਗਿਣਤੀ ਵਿੱਚ ਮਹਾਰਾਜ ਦੇ ਦਰਬਾਰ ਪਹੁੰਚਦੀਆਂ। ਦੂਜੀ ਵਾਰੀ ਫਿਰ ਆਖਿਆ, ਕਹਿਣ ਲੱਗੇ, ਨਹੀਂ ਮਹਾਰਾਜ ਸਾਹਿਬ ਜੀ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਵਿਸਾਖੀ ਦੇ ਦਿਹਾੜੇ ਦਾ ਹੀ ਚੜਾਵਾ ਆਪ ਬਖਸ਼ਿਸ਼ ਕਰੋ, ਤਾਂ ਸਾਡਾ ਇਕਾਦ ਸਿਰੇ ਚੜ੍ਹਦਾ ਹੈ। ਭਾਈ ਸੰਤੋਖ ਸਿੰਘ ਜੀਆਂ ਨੇ ਬਚਨ ਲਿਖੇ, ਰਾਗ ਰਾਗਨੀ ਕਰਿਓ ਨਰਾਗੇ, ਗਾਵੇ ਸੁੰਦਰ ਸਭ ਸੁਭ ਲਾਗੇ।
ਦੋਨੇ ਭਰਾ ਰਾਗ ਪੜ੍ਹਦੇ, ਰਾਗਨੀਆਂ ਪੜ੍ਹ ਪੜ੍ਹ ਕੇ ਸੁਣਾਉਂਦੇ, ਇੰਨਾ ਸੋਹਣਾ ਸੁਣਾਉਂਦੇ ਵੀ ਸਾਰਿਆਂ ਨੂੰ ਚੰਗੇ ਲੱਗਣ ਲੱਗ ਪਏ। ਸਾਰੀ ਸੰਗਤ ਸਤਿਕਾਰ ਕਰਦੀ ਪਈ ਹੈ। ਸਿੱਖ ਸਹਾਰਨ ਕਰੇ ਸੁਣੰਤੇ, ਤਿਉਂ ਤਿਉਂ ਸੋ ਅਹੰਕਾਰ ਕਰਨ ਤੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਜਿਵੇਂ ਸੰਗਤ ਸਲੋਤ ਕਰਦੀ ਹਨ ਵੀ ਵਾਹ ਭਾਈ ਰਾਏ ਬਲਵੰਡ ਜੀ ਤੁਹਾਡਾ ਕੀਰਤਨ ਬੜਾ ਸੋਹਣਾ, ਭਾਈ ਸੱਤਾ ਜੀ ਤੁਹਾਡੀ ਆਵਾਜ਼ ਬੜੀ ਸੋਹਣੀ ਹੈ, ਜਿਵੇਂ ਜਿਵੇਂ ਸੰਗਤ ਸਿਫਤ ਕਰਦੀ ਹੈ ਉਵੇਂ ਉਵੇਂ ਅਹੰਕਾਰ ਕਰਦੇ ਪਏ ਵੀ ਸਾਡੇ ਵਰਗਾ ਹੈ ਕੋਈ ਨਹੀਂ। ਇਸ ਬਿਧ ਕੀਤ ਕਾਲ ਬਤਾਇਓ, ਦਿਨ ਪ੍ਰਤ ਔਰ ਅਹੰਕਾਰ ਵਧਾਇਓ। ਇਸ ਤਰ੍ਹਾਂ ਕਰਦਿਆਂ ਇੱਕ ਦਿਨ ਲੰਘਿਆ, 2 ਦਿਨ ਲੰਘਿਆ, ਹੁਣ ਰੋਜ਼ ਮਾਣ ਮਿਲੇ, ਵਡਿਆਈ ਮਿਲੇ, ਸਤਿਕਾਰ ਮਿਲੇ। ਤੇ ਕਰਦਿਆਂ ਕਰਦਿਆਂ ਇਸ ਵੇਲੇ ਮਨ ਵਿੱਚ ਹੰਕਾਰ ਬਹੁਤਾ ਹੀ ਵੱਧ ਗਿਆ ਵੀ ਹੁਣ ਸਾਡੇ ਵਰਗਾ ਕੋਈ ਨਹੀਂ ਹੈ। ਕਿਰਪਾ ਸਿੰਧ ਨੇ 3 ਗਤ ਜਾਨੀ, ਹੋਛੈ ਮੂੜ ਜਾਤ ਭੈ ਮਾਨੀ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜਾਣਗੇ ਵੀ ਇਹ ਜਿਹੜੇ ਮਰਾਸੀ ਨੇ ਹੋਛੇ ਸੁਭਾਅ ਵਾਲੇ ਨੇ, ਸੰਗਤ ਵੱਲੋਂ ਮਾਣ ਮਿਲਿਆ ਤੇ ਇਸ ਮਾਣ ਨੂੰ ਇਹ ਪਚਾ ਨਹੀਂ ਸਕੇ, ਸਾਂਭ ਨਹੀਂ ਸਕੇ, ਇਹ ਹੰਕਾਰੀ ਹੋ ਗਿਆ। ਘਟ ਘਟ ਕੇ ਅੰਤਰ ਕੀ ਜਾਣਤ, ਸਤਿਗੁਰੂ ਇਹਨਾਂ ਦੀ ਹਾਲਤ ਜਾਣ ਗਿਆ ਵੀ ਮਾਣ ਆ ਗਿਆ ਮਨ ਦੇ ਵਿੱਚ। ਆਦ ਅੰਤ ਕੀ ਦਸ਼ਾ ਵਿਸਾਰੀ, ਹਮ ਵਿਦਿਆ ਬੜ ਭੇ ਹੰਕਾਰੀ। ਸਤਿਗੁਰੂ ਕਹਿਣ ਲੱਗੇ ਇਹ ਉਹ ਦਿਨ ਭੁੱਲ ਗਿਆ ਜਦੋਂ ਮੰਗ ਕੇ ਖਾਂਦੇ ਸਨ ਤੇ ਕੋਈ ਇਹਨਾਂ ਦਾ ਕੀਰਤਨ ਜਾਂ ਇਹਨਾਂ ਦਾ ਰਾਗ ਸੁਣਦਾ ਨਹੀਂ। ਉਹ ਗੱਲਾਂ ਅੱਜ ਭੁੱਲ ਗਈਆਂ। ਅੱਜ ਆਖਦੇ ਸਾਡੇ ਵਰਗਾ ਹੈ ਕੋਈ ਨਹੀਂ ਹੈ। ਗੁਰੂ ਗਰੀਬ ਨਵਾਜ ਨਾ ਜਾਨਾ, ਗਾਏ ਨੀਕ ਹਮ ਭੈ ਮਹਾਨਾ। ਗੁਰਮੁਖੋ ਹੁਣ ਇਹ ਗੱਲਾਂ ਸ਼ੁਰੂ ਹੋ ਗਈਆਂ ਵੀ ਅਸੀਂ ਕੀਰਤਨ ਕਰਦੇ ਹਾਂ ਤੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਿਫਤ ਹੁੰਦੀ ਹੈ, ਸਾਡੇ ਕਰਕੇ ਹੋ ਰਹੀ ਹੈ। ਜੇ ਅਸੀਂ ਨਾ ਹੋਈਏ ਤੇ ਮਹਾਰਾਜ ਦੀ ਇੰਨੀ ਸਿਫਤ ਹੋ ਨਹੀਂ ਸਕਦੀ ਜਿੰਨੀ ਹੋ ਰਹੀ ਹੈ। ਐਸੇ ਹੰਕਾਰ ਦੇ ਜਿਹੜੇ ਬਚਨ ਨੇ, ਹੰਕਾਰ ਦੇ ਕੀੜੇ ਪਣਪਣੇ ਸ਼ੁਰੂ ਹੋ ਗਏ ਮਨ ਦੇ ਵਿੱਚ। ਹੰਕਾਰ ਤਾਂ ਕੋਈ ਸਮਾਂ ਬਤਾਵਾ, ਭਗਨੀ ਕੋ ਸੋ ਵਿਆਹ ਸੋ ਆਵਾ। ਹੁਣ ਮਹਾਰਾਜ ਨੇ ਕੋਈ ਨਾ ਕੋਈ ਬਿਧ ਤੇ ਬਣਾਉਣੀ ਹੈ ਨਾ। ਉਹ ਬਿਧ ਇਹ ਬਣੀ ਵੀ ਜਿਵੇਂ ਜਿਵੇਂ ਹੰਕਾਰ ਵੱਧਦਾ ਗਿਆ, ਭੈਣ ਦਾ ਵਿਆਹ ਨੇੜੇ ਆ ਗਿਆ। ਜੁਗ ਭਰਾਤਾ ਸਤਿਗੁਰ ਟਿਕ ਗਏ, ਮੁਕਤੇ ਕਰਤ ਸੋ ਜਸ ਕੋ ਪੈ। ਹੁਣ ਦੋਨੇ ਜਾਣੇ ਮਹਾਰਾਜ ਸਾਹਿਬ ਜੀ ਦੇ ਕੋਲ ਚਲੇ ਗਏ ਤੇ ਜਿਹੜਾ ਬਚਨ ਆਪਾਂ ਸਰਵਣ ਕੀਤਾ ਵੀ ਮਹਾਰਾਜ ਜੀ ਵਿਸਾਖੀ ਦਾ ਦਿਹਾੜਾ ਆ ਗਿਆ ਤੇ ਆਪ ਜੀ ਸਾਨੂੰ ਮਾਇਆ ਦਿਓ, ਅਸੀਂ ਵਿਆਹ ਦੇ ਕਾਰਜ ਨੂੰ ਸਾਰਾ ਕਰ ਸਕੀਏ। ਤੇ ਮਹਾਰਾਜ ਸਾਹਿਬ ਜੀ ਨੇ ਸੁਣ ਕੇ ਆਖਿਆ ਭਾਈ ਇਹ ਗੱਲ ਤੇ ਠੀਕ ਨਹੀਂ ਹੈ, ਪਰ ਚਲੋ ਜੇ ਤੁਸੀਂ ਵਾਰ-ਵਾਰ ਕਹਿੰਦੇ ਹੋ ਤੇ ਵਿਸਾਖੀ ਦਾ ਜਿੰਨਾ ਚੜਾਵਾ ਤੁਹਾਨੂੰ ਦਿੱਤਾ। ਬੜੇ ਖੁਸ਼ ਨੇ ਮਨ ਦੇ ਵਿੱਚ। ਪਰ ਗੁਰਮੁਖੋ ਦੇਵ ਨੇ ਤਾਂ ਐਸੀ ਬਣੀ ਹੈ, ਉਸ ਦਿਨ ਮੀਂਹ ਪੈਣ ਦੇ ਨਾਲ ਸੰਗਤ ਬਹੁਤੀ ਘੱਟ ਆਈ ਤੇ ਸੰਗਤ ਘੱਟ ਆਉਣ ਦੇ ਨਾਲ ਫਿਰ ਮਾਇਆ ਵੀ ਘੱਟ ਆਉਣੀ ਹੈ। ਕੁੱਲ ਮਿਲਾ ਕੇ ਰੁਪਈਆ 100 ਹੀ ਬਣਿਆ। ਭਾਵੇਂ ਕਿ ਉਹਨਾਂ ਸਮਿਆਂ ਵਿੱਚ 100 ਰੁਪਈਆ ਵੱਡੀ ਰਕਮ ਹੈ, ਪਰ ਜਿੰਨਾ ਇਹ ਸੋਚ ਕੇ ਬੈਠੇ ਸਨ ਉਹਨਾਂ ਨਹੀਂ ਬਣਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਭਾਈ ਇਹ ਮਾਇਆ ਇਕੱਠੀ ਕਰੋ ਤੇ ਇਹਨਾਂ ਨੇ ਆਪਣੇ ਨਾਲ ਬਚਨ ਕੀਤਾ ਸੀ ਵੀ ਵਿਸਾਖੀ ਦਾ ਚੜਾਵਾ ਸਾਨੂੰ ਚਾਹੀਦਾ, ਇਹ ਚੜਾਵਾ ਇਹਨਾਂ ਨੂੰ ਦੇ ਦਿਓ। ਜਦੋਂ 100 ਰੁਪਈਆ ਫੜਾਇਆ ਨਾ ਇਹਨਾਂ ਨੂੰ, ਹੰਕਾਰ ਦੇ ਵਿੱਚ ਆ ਕੇ ਕਹਿਣ ਲੱਗੇ ਮਹਾਰਾਜ ਮਖੌਲ ਕਰਦੇ ਪਏ, ਵਿਆਹ ਦੇ ਉੱਪਰ ਤੇ ਹਜ਼ਾਰਾਂ ਰੁਪਈਏ ਖਰਚ ਹੋਣੇ ਨੇ, 100 ਦੇ ਨਾਲ ਕਿਵੇਂ ਵਿਆਹ ਕਰਾਂਗੇ। ਇੰਨਾ ਬਚਨ ਕਹਿ ਕੇ ਉਹ 100 ਰੁਪਈਆ ਮਹਾਰਾਜ ਦੇ ਅੱਗੇ ਸੁੱਟ ਦਿੱਤਾ, ਇਹਨਾਂ ਨੇ ਚਲਾ ਕੇ ਮਾਰਿਆ, ਸਾਨੂੰ ਨਹੀਂ ਚਾਹੀਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਦੇ ਬਚਨ ਨਹੀਂ ਕਰੀਦੇ, ਕੋਈ ਗੱਲ ਨਹੀਂ, ਜਿੰਨੀ ਮਾਇਆ ਤੁਹਾਨੂੰ ਚਾਹੀਦੀ ਹੈ ਨਾ ਉਹ ਤੁਹਾਨੂੰ ਦਵਾ ਦਿੰਦੇ ਹਾਂ। ਅਸੀਂ ਵੀ ਆਪਣੇ ਬਚਨ ਤੋਂ ਪਿੱਛੇ ਨਹੀਂ ਹਟਦੇ, ਜਿਹੜਾ ਪਹਿਲਾਂ ਬਚਨ ਕੀਤਾ ਹੁਣ ਵੀ ਉਹੀ ਬਚਨ ਹੈ, ਜਿੰਨੀ ਮਾਇਆ ਚਾਹੀਦੀ ਦੱਸ ਦਿਓ ਦਵਾ ਦਿੰਦੇ ਹਾਂ, ਪਰ ਇਸ ਤਰ੍ਹਾਂ ਝਗੜਾ ਖਹਿੜਾ ਨਹੀਂ ਕਰੀਦਾ। ਨਹੀਂ ਮਹਾਰਾਜ ਇਹ ਸਾਡੀ ਬੜੀ ਭਾਰੀ ਬੇਪਤੀ ਹੋਈ ਹੈ, ਸਾਨੂੰ ਇਹ ਬਚਨ ਤੁਹਾਡੇ ਠੀਕ ਨਹੀਂ ਲੱਗੇ, ਸਾਨੂੰ ਇਹ ਮਾਇਆ ਨਹੀਂ ਚਾਹੀਦੀ। ਇਸ ਤਰ੍ਹਾਂ ਮਾਇਆ ਸੁੱਟ ਕੇ ਮਹਾਰਾਜ ਜੀਆਂ ਦੇ ਕੋਲ ਉਸ ਵੇਲੇ ਦੋਨੇ ਜਾਣੇ ਚਲੇ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਲ ਸਾਰੀ ਸੰਗਤ ਇਹ ਕੌਤਕ ਵੇਖਦੀ ਪਈ ਹੈ। ਸਭ ਦਿਨ ਕੀ ਪੂਜਾ ਗਿਨ ਜਬੈ, ਭਇਓ ਰਜਤਪਨ 100 ਤਬੈ। ਭਾਈ ਸੰਤੋਖ ਸਿੰਘ ਨੇ ਬਚਨ ਲਿਖੇ, ਕਹਿਣ ਲੱਗੇ ਸਾਰੇ ਦਿਨ ਦੀ ਮਾਇਆ ਜਦੋਂ ਇਕੱਠੀ ਕੀਤੀ ਨਾ ਤੇ ਉਹ ਸਾਰੇ ਦਿਨ ਦੀ ਮਾਇਆ ਇਕੱਠੀ ਵਿਸਾਖੀ ਦੀ 100 ਰੁਪਈਆ ਹੀ ਹੋਇਆ। ਤੇ 100 ਰੁਪਈਆ ਇਕੱਠਾ ਕਰਕੇ ਦੂਹ ਭਰਾਤਨ ਕੋ ਸਗਰੋ ਦੀਨ, ਗਰਬੇ ਮੂੜ ਨਹੀਂ ਤਬ ਲੀਨ। 100 ਰੁਪਈਆ ਫੜਾਇਆ, ਹੰਕਾਰ ਵਿੱਚ ਆ ਕੇ ਲਿਆ ਹੀ ਨਹੀਂ, ਕਹਿੰਦੇ ਸਾਨੂੰ ਨਹੀਂ ਚਾਹੀਦਾ, ਰੱਖੋ 100 ਵੀ ਆਪਣਾ ਕੋਲ। ਮਹਾਰਾਜ ਦੇ ਅੱਗੇ ਵਗਾ ਕੇ ਮਾਰਿਆ ਉਹ 100 ਰੁਪਈਆ। ਦੇ ਬਗਾਰ ਗੁਰੂ ਕੇ ਆਗੇ ਹਮ ਸੋ ਕਰਨ ਮਸ਼ਕਰੀ ਲਾਗੇ। ਮਹਾਰਾਜ ਨੂੰ ਬੋਲ ਹੀ ਪਏ, ਸਾਹਮਣੇ ਹੀ ਬੋਲ ਪਏ, ਕਹਿੰਦੇ ਸਤਿਗੁਰੂ ਸਾਨੂੰ ਮਖੌਲ ਕਰਦੇ ਪਏ,
ਇਹ ਤੇ ਕੋਝਾ ਮਜ਼ਾਕ ਹੋਇਆ ਨਾ, ਰੁਪਈਏ ਹਜ਼ਾਰਾਂ ਵਿੱਚ ਲੱਗਣੇ, ਫੜਾਉਂਦੇ 100 ਪਏ ਹੋ, ਸਾਨੂੰ ਮਸ਼ਕਰੀ ਕਰਦੇ ਪਏ। ਕਿਆ ਹਮ ਲੈ ਕੇ ਵਿਆਹ ਰਚਾਵੇਂ, ਧਨ ਬਹੁ ਘਰ ਤੇ ਕਿਉਂ ਨਾ ਦਿਵਾਵੇਂ। ਸਤਿਗੁਰੂ 100 ਰੁਪਈਏ ਦਾ ਵਿਆਹ ਥੋੜ੍ਹੀ ਹੁੰਦਾ। ਤੁਹਾਡੇ ਘਰ ਵਿੱਚ ਮਾਇਆ ਦੀ ਕਮੀ ਨਹੀਂ ਹੈ, ਕਿਉਂ ਨਹੀਂ ਦਿੱਤਾ ਆਪਣੇ ਘਰੋਂ। ਮੰਨ ਲਓ ਸੰਗਤ ਘੱਟ ਆਈ ਹੈ, ਤੁਸੀਂ ਆਪਣੇ ਘਰੋਂ ਦੇ ਦਿੰਦੇ, ਅਸੀਂ ਲੈ ਲੈਂਦੇ। ਪਰ ਮਹਾਰਾਜ ਆਹ ਕੰਮ ਤੇ ਠੀਕ ਨਹੀਂ ਹੋਇਆ ਹੈ। ਸੁਣਤ ਸਤਿਗੁਰੂ ਧੀਰਜ ਦੀਨ, ਪੂਰੇ ਸ਼੍ਰੀ ਨਾਨਕ ਇਹ ਸ਼ਕੀਨ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਫਿਰ ਲੜੋ, ਲੜਾਈ ਕਾਹਦੀ, ਝਗੜਾ ਨਾ ਕਰੋ। ਤੁਹਾਡੀਆਂ ਇੱਛਾ ਗੁਰੂ ਨਾਨਕ ਸਾਹਿਬ ਪੂਰੀਆਂ ਕਰਨਗੇ, ਜੋ ਤੁਹਾਡੇ ਮਨ ਦੀ ਤਮੰਨਾ ਨਾ ਪੂਰੀ ਹੋਵੇਗੀ। ਲਿਹੋ ਧਨ ਇਤੋ ਨਿਬਾਹੋ ਕਾਰ, ਕਰਤ ਕੀਰਤਨ ਲਿਓ ਸੰਗਤ ਉਦਾਰ। ਮਹਾਰਾਜ ਕਹਿੰਦੇ ਇਹ ਲੈ ਜਾਓ ਭਾਈ 100 ਰੁਪਈਆ, ਕੰਮ ਸ਼ੁਰੂ ਕਰੋ, ਜਿੰਨੀ ਹੋਰ ਚਾਹੀਦੀ ਹੈ ਉਹ ਵੀ ਮਿਲ ਜਾਏਗੀ। ਸਤਿਗੁਰ ਘਰ ਤੇ ਨਿਤ ਤੁਮ ਲੈਣਾ, ਏਕ ਬਾਰ ਨੇ ਕੀਨਸ ਦੇਣਾ। ਮਹਾਰਾਜ ਕਹਿੰਦੇ ਤੁਸੀਂ ਅੱਜ 100 ਰੁਪਈਆ ਨਹੀਂ ਫੜਿਆ, ਸੁੱਟ ਦਿੱਤਾ ਹੈ, ਗੁਰੂ ਘਰ ਨੇ ਤੁਹਾਨੂੰ ਇੱਕ ਵਾਰੀ ਨਹੀਂ ਦੇਣਾ, ਗੁਰੂ ਘਰ ਨੇ ਤੁਹਾਨੂੰ ਸਦਾ ਹੀ ਦੇਣਾ ਹੈ। ਤੁਸੀਂ ਇੱਥੇ ਕੀਰਤਨ ਕਰਦੇ ਰਹਿਣਾ ਤੇ ਗੁਰੂ ਘਰ ਨੇ ਤੁਹਾਨੂੰ ਇਸੇ ਤਰ੍ਹਾਂ ਨਵਾਜਦੇ ਰਹਿਣਾ ਮਾਇਆ ਦੇ ਕੇ। ਜੇ ਅੱਜ ਘੱਟ ਮਿਲੀ ਹੈ ਤੇ ਤਾਂ ਕੀ ਹੋਇਆ, ਜਿੱਥੋਂ ਸਦਾ ਲੈਣਾ ਹੋਵੇ ਨਾ ਉੱਥੇ ਐਸੇ ਝਗੜੇ ਨਹੀਂ ਕਰੀਦੇ। ਸਦਾ ਤੁਮਾਰੀ ਸਾਂਝ ਹਮਾਰੇ, ਨੈ ਫੇਰੋ ਲੀਜਿਆ ਇਹ ਪਿਆਰੇ। ਮਹਾਰਾਜ ਨੇ ਫਿਰ 100 ਰੁਪਈਆ ਇਕੱਠਾ ਕਰਵਾ ਕੇ ਨਾ ਸਿੱਖਾਂ ਦੇ ਕੋਲੋਂ ਦੁਬਾਰਾ ਫਿਰ ਫੜਾਇਆ। ਕਹਿੰਦੇ ਇਸ ਤਰ੍ਹਾਂ ਨਹੀਂ, ਬਖਸ਼ਿਸ਼ਾਂ ਇਸ ਤਰ੍ਹਾਂ ਨਹੀਂ ਮੋੜੀ ਦੀਆਂ ਹੁੰਦੀਆਂ, ਲੈ ਲਈ ਦੀਆਂ ਨੇ, ਲੈ ਲਵੋ, ਬਾਕੀ ਜੋ ਤੁਹਾਡੀ ਤਮੰਨਾ ਪੂਰੀ ਕਰਾਂਗੇ। ਬਹੁਤ ਨਿਮਰਤਾ ਕਰ ਗੁਰ ਕਹਿਓ, ਤਬ ਸਭ ਦਰਬ ਹਾਥ ਨਿਜ ਗਹਿਓ। ਜਦੋਂ ਸਤਿਗੁਰਾਂ ਨੇ ਦੂਜੀ ਵਾਰੀ ਆਖਿਆ ਨਾ, ਹੁਣ ਲਾਲਚ ਵੀ ਹੈ, 100 ਰੁਪਈਆ ਛੱਡਿਆ ਵੀ ਨਹੀਂ ਜਾ ਸਕਦਾ, ਫੜ ਹੀ ਲਿਆ ਫਿਰ। ਚਲੋ ਜੇ ਤੁਸੀਂ ਕਹਿੰਦੇ ਹੋ ਤੇ ਫੜ ਲੈਂਦੇ, ਪਰ ਇਹ ਸਾਡੇ ਨਾਲ ਮਜ਼ਾਕ ਹੋਇਆ ਹੈ। ਲੈ ਗਮਨੇ ਮੰਦ ਮੰਦ ਮਤ ਮੰਦ ਨਕੇਤ, ਬੋਲਤ ਭੈ ਗੁਰ ਨਿੰਦ ਸਮੇਤ। ਗੁਰਮੁਖੋ ਚਲੇ ਤੇ ਗਏ 100 ਰੁਪਈਆ ਲੈ ਕੇ, ਪਰ ਜਾਂਦਿਆਂ ਨਿੰਦਿਆ ਕਰਦੇ ਜਾਂਦੇ, ਗੁਰੂ ਪਾਤਸ਼ਾਹ ਦੀ ਨਿੰਦਿਆ ਦੇ ਬਚਨ ਕਰਦਿਆਂ ਕਰਦਿਆਂ ਘਰੇ ਪਹੁੰਚ ਗਏ। ਅਗਲਾ ਦਿਨ ਹੋਇਆ, ਗੁਰੂ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ ਨਹੀਂ ਆਏ। ਸਤਿਗੁਰਾਂ ਨੇ ਕੀਰਤਨ ਦਾ ਸਮਾਂ ਜਾਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜਿਆ। ਕਹਿਣ ਲੱਗੇ ਵੀ ਜਾਓ, ਕੀਰਤਨੀਏ ਨਹੀਂ ਆਏ, ਕੀ ਗੱਲ ਹੈ, ਜਾ ਕੇ ਉਹਨਾਂ ਨੂੰ ਬੁਲਾ ਕੇ ਲਿਆਓ ਵੀ ਸੰਗਤ ਬੈਠ ਗਈ ਹੈ, ਆ ਕੇ ਕੀਰਤਨ ਕਰੋ। ਭਾਈ ਗੁਰਦਾਸ ਜੀ ਮਹਾਰਾਜ ਸਾਹਿਬ ਜੀਆਂ ਦਾ ਬਚਨ ਮੰਨ ਕੇ ਜਿਸ ਵੇਲੇ ਇਹਨਾਂ ਨੂੰ ਬੁਲਾਉਣ ਵਾਸਤੇ ਗਏ ਕਿ ਚਲੋ ਭਾਈ ਪਿਆਰਿਓ, ਗੁਰੂ ਪਾਤਸ਼ਾਹ ਨੂੰ ਕੀਰਤਨ ਸੁਣਾਓ, ਸਤਿਗੁਰਾਂ ਨੇ ਮੈਨੂੰ ਭੇਜਿਆ ਹੈ, ਉਠੋ ਚਲੋ ਵਡਭਾਗ ਤੁਮਾਰਾ, ਸਤਿਗੁਰ ਸਿਮਰਤ ਤੁਮੈ ਹਕਾਰਾ। ਭਾਈ ਗੁਰਦਾਸ ਜੀ ਨੇ ਆਖਿਆ ਤੁਹਾਡੇ ਵੱਡੇ ਭਾਗ ਨੇ ਜਿਹਨੂੰ ਸਤਿਗੁਰੂ ਆਪ ਬੁਲਾਉਂਦੇ ਪਏ। ਗੁਰੂ ਦਾ ਦਰ ਤੇ ਇਹੋ ਜਿਹਾ, ਉੱਥੇ ਤੇ ਹਿਮਾਯੂ ਬਾਦਸ਼ਾਹ ਵਰਗੇ ਆ ਕੇ ਖਲੋਤੇ ਰਹਿੰਦੇ ਸਤਿਗੁਰਾਂ ਦੇ ਕੋਲ ਤੇ ਮਹਾਰਾਜ ਬਚਨ ਨਹੀਂ ਕਰਦੇ। ਉੱਥੇ ਤੇ ਅਕਬਰ ਬਾਦਸ਼ਾਹ ਵਰਗੇ ਆਉਂਦੇ ਪਏ ਦਰਬਾਰ ਵਿੱਚ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਤਾਂ ਉਹਨਾਂ ਨੂੰ ਵੀ ਲੰਗਰ ਵਿੱਚ ਪਹਿਲਾਂ ਬੈਠਣਾ ਪੈਂਦਾ ਤੇ ਫਿਰ ਦਿਦਾਰਾ ਮਿਲਦਾ ਹੈ। ਤੁਸੀਂ ਉਸ ਅਕਬਰ ਦੇ ਨਾਲੋਂ ਵੀ ਵੱਡਿਆਂ ਭਾਗਾਂ ਵਾਲੇ ਹੋ, ਹਿਮਾਯੂ ਦੇ ਨਾਲੋਂ ਵੀ ਚੰਗੇ ਹੋ। ਉਹ ਗੁਰੂ ਕੀ ਬਾਣੀ ਦੇ ਕੀਰਤਨ ਕਰਨ ਵਾਲੇ ਹੋ, ਤੁਹਾਨੂੰ ਸਤਿਗੁਰੂ ਆਪ ਬੁਲਾਉਂਦੇ ਪਏ। ਉੱਠ ਕੇ ਚੱਲੋ, ਗੁਰਬਾਣੀ ਦਾ ਕੀਰਤਨ ਸਰਵਨ ਕਰਵਾਓ। ਉਸ ਵੇਲੇ ਦੋਨਾਂ ਜਾਣਿਆਂ ਨੇ ਹੰਕਾਰ ਕਰਕੇ ਆਖਿਆ, ਅਸੀਂ ਗੁਰੂ ਦੇ ਕੋਲ ਕੀ ਲੈਣ ਜਾਣਾ ਹੈ, ਸਾਡੀ ਤੇ ਮਨ ਦੀ ਇੱਛਾ ਪੂਰੀ ਨਹੀਂ ਹੋਈ ਹੈ, ਅਸੀਂ ਕੀਰਤਨ ਕਰਦੇ ਹਾਂ ਤੇ ਸੰਗਤ ਤਾਂ ਜੁੜਦੀ ਹੈ। ਹੁਣ ਹੰਕਾਰ ਹੌਲੀ ਹੌਲੀ ਪ੍ਰਗਟ ਹੋਣਾ ਸ਼ੁਰੂ ਹੋ ਗਿਆ। ਜੇ ਅਸੀਂ ਕੀਰਤਨ ਕਰਦੇ ਹਾਂ ਗੁਰੂ ਦਰਬਾਰ ਵਿੱਚ ਬੈਠ ਕੇ, ਸੰਗਤ ਤਾਂ ਬੈਠਦੀ ਹੈ, ਜੇ ਅਸੀਂ ਕੀਰਤਨ ਨਾ ਕਰੀਏ ਤੇ ਸੰਗਤ ਕਿਵੇਂ ਬੈਠੇ। ਜਦੋਂ ਹੰਕਾਰ ਵਾਲਾ ਬਚਨ ਆਖਿਆ ਤੇ ਉਸ ਵੇਲੇ ਭਾਈ ਗੁਰਦਾਸ ਜੀ ਕਹਿਣ ਲੱਗੇ, ਨਹੀਂ ਭਾਈ, ਇਸ ਤਰ੍ਹਾਂ ਦੇ ਅਸ਼ਰਧਾ ਵਾਲੇ ਬਚਨ ਨਹੀਂ ਤੁਹਾਨੂੰ ਕਹਿਣੇ ਚਾਹੀਦੇ। ਤੁਸੀਂ ਸਤਿਗੁਰਾਂ ਦੇ ਨਾਲ ਸ਼ੋਭਦੇ ਹੋ, ਸਤਿਗੁਰੂ ਤੁਹਾਡੇ ਨਾਲ ਨਹੀਂ ਸ਼ੋਭਦੇ। ਤੁਸੀਂ ਉਹਨਾਂ ਦੇ ਦਰਬਾਰ ਵਿੱਚ ਬੈਠਦੇ ਹੋ, ਤੁਹਾਡੀ ਗੁਰੂ ਪਾਤਸ਼ਾਹ ਨਾਲ ਸ਼ੋਭਾ ਹੈ, ਪਰ ਐਸੇ ਹੰਕਾਰ ਵਾਲੇ ਬਚਨ ਨਾ ਕਰੋ, ਚਲੋ ਸਾਡੇ ਨਾਲ। ਕਹਿਣ ਲੱਗੇ, ਨਹੀਂ ਭਾਈ ਗੁਰਦਾਸ ਜੀ, ਅਸੀਂ ਨਹੀਂ ਚੱਲਾਂਗੇ, ਅਸੀਂ ਕੀਰਤਨ ਕਰਨਾ ਬੰਦ ਕੀਤਾ, ਅੱਜ ਤੋਂ ਬਾਅਦ ਕੀਰਤਨ ਕਰਨਾ ਹੀ ਨਹੀਂ ਗੁਰੂ ਦਰਬਾਰ ਵਿੱਚ। ਭਾਈ ਗੁਰਦਾਸ ਜੀ ਵਾਪਸ ਆ ਗਏ। ਸਤਿਗੁਰਾਂ ਨੇ ਭਾਈ ਬੁੱਢਾ ਸਾਹਿਬ ਜੀ ਨੂੰ ਭੇਜਿਆ। ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਜਾਓ, ਸਤਿਕਾਰਯੋਗ ਹੋ, ਵੱਡੇ ਹੋ, ਤੁਸੀਂ ਜਾ ਕੇ ਉਹਨਾਂ ਨੂੰ ਬੁਲਾ ਕੇ ਲਿਆਓ ਵੀ ਸਤਿਗੁਰਾਂ ਦੇ ਦਰਬਾਰ ਵਿੱਚ ਕੀਰਤਨ ਦੀ ਸੇਵਾ ਕਰੋ ਆ ਕੇ। ਮਹਾਰਾਜ ਸਾਹਿਬ ਜੀਆਂ ਦਾ ਬਚਨ ਮੰਨ ਕੇ ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਚਲੇ ਗਏ। ਚਲੋ ਰਬਾਬੀ ਗੁਰੂ ਹਕਾਰਤ, ਢਿੱਗ ਚੱਲ ਨਿਜ ਦੋਖ ਕਿਉਂ ਨਾ ਉਚਾਰਤ।
ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਉਹ ਗੁਰੂ ਕੇ ਰਬਾਬੀਓ ਕਿਉਂ ਨਹੀਂ ਚੱਲਦੇ? ਜੇ ਤੁਹਾਨੂੰ ਕੋਈ ਦੁੱਖ ਹੈ, ਪਰੇਸ਼ਾਨੀ ਹੈ, ਕੋਈ ਗੁੱਸਾ ਹੈ, ਤੇ ਮਹਾਰਾਜ ਦੇ ਕੋਲ ਜਾ ਕੇ ਕਹੋ, ਸਤਿਗੁਰੂ ਹੱਲ ਕਰ ਦੇਣਗੇ। ਨੌ ਨਿਧ ਰਿੱਧ ਸਿੱਧ ਰਮਾ ਵਡੇਰੀ, ਸਿਰ ਗੁਰ ਕੋ ਰਖ ਰੁਖ ਨਿਤ ਪ੍ਰਤ ਹੇਰੀ। ਬਾਬਾ ਬੁੱਢਾ ਸਾਹਿਬ ਜੀ ਦੀ ਵੇਖੋ ਨਿਮਰਤਾ ਕੈਸੀ ਹੈ। ਕਹਿਣ ਲੱਗੇ 9 ਨਿਧੀਆਂ ਤੇ 18 ਸਿੱਧੀਆਂ, ਤੇ ਲక్ష్ਮੀ ਜਿਹੜੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਹਰ ਵੇਲੇ ਖਲੋਤੀ ਰਹਿੰਦੀ ਹੈ ਕਿ ਸਤਿਗੁਰੂ ਆਪਣਾ ਰੁਖ ਕਰਨ ਕਿਸੇ ਦੇ ਵੱਲ, ਜਿੱਧਰ ਨੂੰ ਇਸ਼ਾਰਾ ਕਰਨਗੇ ਲక్ష్ਮੀ ਜੀ ਉਧਰ ਢੇਰ ਹੀ ਲੱਗ ਜਾਣਗੇ। ਗੁਰੂ ਦੇ ਕੋਲ ਕੀ ਨਹੀਂ ਹੈ? ਸਭ ਕੁਝ ਹੈ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਉੱਥੇ ਤੇ ਰਿਧੀਆਂ ਸਿੱਧੀਆਂ ਹੱਥ ਜੋੜ ਕੇ ਖਲੋਤੀਆਂ, ਲక్ష్ਮੀ ਹੱਥ ਜੋੜ ਕੇ ਦਰਬਾਰ ਵਿੱਚ ਖਲੋਤੀ ਹੈ, ਮਹਾਰਾਜ ਦਾ ਹੁਕਮ ਮੰਨਦੀ ਪਈ ਹੈ। ਜਿਸ ਦੇਸ਼ ਸ਼ਾਰਤ ਆਪ ਉਚਾਰਤ, ਤਿਸ ਢਿਗ ਜਾਤ ਬਿਲਮ ਨਹਿ ਧਾਰਤ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਾੜਾ ਜਿਹਾ ਇਸ਼ਾਰਾ ਕਰਨ ਦੀ ਲੋੜ ਹੈ। ਉਸੇ ਵੇਲੇ ਮਾਇਆ ਉਸ ਪਾਸੇ ਹੀ ਤੁਰ ਪੈਂਦੀ ਹੈ। ਜਿਹਨੂੰ ਦੇਣੀ ਚਾਹੋ ਨਾ, ਮਹਾਰਾਜ ਮਾੜਾ ਜਿਹਾ ਇਸ਼ਾਰਾ ਹੀ ਕਰਦੇ ਵੀ ਜਾ ਮਾਇਆ ਭਾਈ, ਇਹਨੂੰ ਲੋੜ ਹੈ, ਆ ਸਿੱਖ ਦੇ ਕੋਲ ਚਲੀ ਜਾ, ਤੇ ਉਸੇ ਵੇਲੇ ਚਲੀ ਜਾਂਦੀ ਹੈ। ਆਸ ਪ੍ਰਭ ਕੋ ਤੁਮ ਤਿਆਗਤ ਕੈਸੇ, ਸਮਝ ਸੋ ਮਿਲੋ ਪ੍ਰਤੀਖਤ ਬੈਸੇ। ਸਮਝ ਲਿਓ ਗੱਲ ਵੀ ਸਤਿਗੁਰੂ ਉਡੀਕਦੇ ਪਏ, ਤੁਸੀਂ ਛੱਡ ਕੇ ਕਿਉਂ ਬੈਠੇ ਹੋ? ਚਲੋ ਭਾਈ ਸੱਤਾ ਜੀ, ਬਲਵੰਡਾ ਜੀ, ਗੁਰੂ ਦਰਬਾਰ ਦੇ ਵਿੱਚ ਜਾ ਕੇ ਕੀਰਤਨ ਕਰੋ। ਦੋਨੋਂ ਭਰਾਤਨ ਗਰਭ ਕਰ ਕਹਿਓ, ਤਿੰਨ ਢਿਗ ਹਮੂ ਕਛੂ ਨਹਿ ਲਹਿਓ। ਉਹਨਾਂ ਦੋਵਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੰਕਾਰ ਦੇ ਨਾਲ ਆਖਿਆ। ਕਹਿਣ ਲੱਗੇ, ਬਾਬਾ ਬੁੱਢਾ ਜੀ, ਸਾਨੂੰ ਵੀ ਬੜਾ ਟਾਈਮ ਹੋ ਗਿਆ ਕੀਰਤਨ ਕਰਦਿਆਂ, ਪਰ ਅਸੀਂ ਤੇ ਕਦੇ ਨਹੀਂ ਵੇਖਿਆ ਵੀ ਉੱਥੇ ਰਿਧੀਆਂ ਕਿੱਥੇ ਖਲੋਤੀਆਂ, ਸਿੱਧੀਆਂ ਕਿੱਥੇ ਖਲੋਤੀਆਂ, ਲక్ష్ਮੀ ਉੱਥੇ ਕਿੱਥੇ ਖਲੋਤੀ ਹੈ। ਮਹਾਰਾਜ ਅਸੀਂ ਤੇ ਕਦੇ ਵੇਖਿਆ ਹੀ ਨਹੀਂ ਹੈ। ਇਹ ਤੁਸੀਂ ਗੱਪ ਵਾਲਾ ਬਚਨ ਕਹਿੰਦੇ ਪਏ ਹੋ, ਕਿੱਥੇ ਉੱਥੇ ਰਿਧੀਆਂ ਸਿੱਧੀਆਂ ਹੈਨ? ਕੋਈ ਨਹੀਂ, ਅਸੀਂ ਤੇ ਕੁਝ ਨਹੀਂ ਵੇਖਿਆ ਹੈ ਹੀ ਨਹੀਂ ਮਹਾਰਾਜ ਦੇ ਕੋਲ ਕੁਝ। ਨਹੀਂ ਜਾਏ ਅਬ ਕੈਸੇ ਪਾਸ, ਤਿਨ ਕੋ ਤਜ ਹਮ ਰਹੇ ਆਵਾਸ। ਅੱਜ ਤੋਂ ਬਾਅਦ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਜਾਣਾ ਹੀ ਨਹੀਂ, ਅਸੀਂ ਆਪਣੇ ਘਰੇ ਹੀ ਬੈਠੇ ਰਵਾਂਗੇ। ਪਰ ਕੀਰਤਨ ਕਰਨਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਵਿੱਚ ਇਹ ਨਾਮੁਮਕਿਨ ਹੈ, ਹੋ ਹੀ ਨਹੀਂ ਸਕਦਾ ਹੈ। ਸੁਨ ਕਠੋਰ ਬਾਣੀ ਤਿਨ ਕੇਰੀ, ਕਹਿਓ ਜਾਏ ਗੁਰ ਸੋ ਤਿਸ ਬੇਰੀ। ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਵੀ ਨਹੀਂ, ਇਹ ਤੇ ਮੰਨਦੇ ਹੀ ਨਹੀਂ ਪਏ। ਉਹਨਾਂ ਨੇ ਜਾ ਕੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆਖਿਆ, ਮਹਾਰਾਜ ਉਹ ਨਹੀਂ ਆਉਣਾ ਚਾਹੁੰਦੇ, ਮੰਨਦੇ ਨਹੀਂ ਪਏ ਬਚਨ। ਪ੍ਰਭ ਜੀ ਨਹਿ ਮਾਨੇ ਕੇ ਮੂਢੇ, ਰਹਿਓ ਗਰਭ ਮਦ ਹਿਰਦੇ ਅਰੂਢੇ। ਉਹਨਾਂ ਦੇ ਹਿਰਦੇ ਵਿੱਚ ਹੰਕਾਰ ਵੱਧ ਗਿਆ ਹੈ, ਮੰਨਦੇ ਨਹੀਂ ਪਏ, ਉਹਨਾਂ ਨੇ ਨਹੀਂ ਆਉਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਸੁਣ ਕੇ ਨਾ ਬਾਬਾ ਬੁੱਢਾ ਸਾਹਿਬ ਦੇ, ਤੇ ਸਤਿਗੁਰੂ ਪਾਤਸ਼ਾਹ ਜੀ ਕੀਰਤਨ ਦਾ ਬੜਾ ਸਤਿਕਾਰ ਕਰਦੇ ਔਰ ਗੁਣੀ ਪੁਰਸ਼ਾਂ ਦਾ ਹੋਰ ਜ਼ਿਆਦਾ ਸਤਿਕਾਰ ਕਰਦੇ। ਗਰੀਬ ਨਵਾਜ ਸਤਿਗੁਰੂ ਆਪ ਚੱਲ ਪਏ, ਅਸੀਂ ਲੈ ਕੇ ਆਉਂਦੇ ਹਾਂ। ਚਲਦਿਆਂ ਚਲਦਿਆਂ ਮਹਾਰਾਜ ਸਾਹਿਬ ਜੀ ਜਦੋਂ ਭਾਈ ਛੱਲੋ ਜੀ ਦੀ ਧਰਮਸ਼ਾਲਾ ਦੇ ਕੋਲ ਜਾ ਕੇ ਇਹਨਾਂ ਦੇ ਘਰ ਦੇ ਦਰਵਾਜ਼ੇ ਨੂੰ ਮਹਾਰਾਜ ਨੇ ਖੜਕਾਇਆ ਨਾ, ਦਰਵਾਜ਼ਾ ਖੋਲ੍ਹ ਕੇ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ, ਸਤਿਗੁਰੂ ਅੰਦਰ ਵੜੇ ਤੇ ਦੋਨੇ ਜਾਣੇ ਮੰਜੇ ਤੇ ਬੈਠੇ ਸਨ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਆਇਆ ਵੇਖ ਕੇ ਉੱਠ ਕੇ ਖੜੇ ਨਹੀਂ ਹੋਏ। ਮੱਥਾ ਟੇਕਣਾ ਦੂਰ ਦੀ ਗੱਲ ਹੈ, ਉੱਠ ਕੇ ਖੜੇ ਤੱਕ ਨਹੀਂ ਹੋਏ। ਮਹਾਰਾਜ ਸਾਹਿਬ ਦੇ ਵੱਲ ਵੇਖਿਆ ਤੱਕ ਨਹੀਂ, ਬਚਨ ਨਹੀਂ ਕੀਤਾ, ਚੁੱਪ ਕਰਕੇ ਬੈਠੇ ਹੋਏ। ਪੌਰ ਪ੍ਰਵੇਸ਼ੇ ਸਦਨ ਮੈਂ ਸ੍ਰੀ ਅਰਜਨ ਠਾਂਡੇ, ਦੇਖ ਨ ਆਦਰ ਉੱਠ ਕਰਿਓ ਔਰ ਗਰਭ ਸੋ ਬਾਢੇ। ਸਤਿਗੁਰੂ ਘਰ ਦੇ ਵਿਹੜੇ ਵਿੱਚ ਜਾ ਕੇ ਖੜ ਗਏ। ਦੋਨੇ ਜਾਣੇ, ਦੋਨੇ ਭਰਾ ਉੱਠ ਕੇ ਖੜੇ ਹੀ ਨਹੀਂ ਹੋਏ। ਹੰਕਾਰ ਇੰਨਾ ਹੈ ਵੀ ਇਹਨਾਂ ਨੂੰ ਅੱਜ ਸਾਡੀ ਲੋੜ ਪੈ ਗਈ ਹੈ, ਇਹ ਤਾਂ ਸਾਡੇ ਘਰ ਆਏ, ਜੇ ਸਾਡੀ ਲੋੜ ਨਾ ਹੋਵੇ ਆਉਂਦੇ ਕਿਉਂ? ਇਹਨਾਂ ਨੂੰ ਸਾਡੀ ਅੱਜ ਲੋੜ ਹੈ, ਵੇਖੋ ਭੱਜੇ ਆਏ ਨਾ ਸਾਡੇ ਘਰ ਸਾਨੂੰ ਲੈਣ ਵਾਸਤੇ। ਐਸਾ ਹੰਕਾਰ ਮਨ ਵਿੱਚ ਵੱਧਦਾ ਜਾਂਦਾ ਹੈ। ਬੈਠ ਰਹਿ ਦੋਨੋਂ ਮੁਗਧ, ਮੁਖ ਧਰ ਕਰ ਮੌਨਾ। ਮੂਰਖ ਦੋਨੇ ਜਾਣੇ, ਨਾ ਬੋਲੇ ਨਾ ਉੱਠੇ ਨਾ ਮੱਥਾ ਟੇਕਿਆ, ਚੁੱਪ ਕਰਕੇ ਬੈਠੇ ਰਹੇ। ਸਤਿਗੁਰੂ ਵੇਖਦੇ ਰਹੇ ਇਹਨਾਂ ਦੇ ਵੱਲ ਵੀ ਇਹ ਕੈਸਾ ਇਹਨਾਂ ਦਾ ਵਰਤਾਰਾ ਵਰਤਦਾ ਪਿਆ ਹੈ। ਮਹਿਮਾ ਲਖੇ ਨਾ ਗੁਰੂ ਕੀ ਚਲੇ ਆਏ ਭਉਨਾ। ਮੂਰਖਾਂ ਨੇ ਨਹੀਂ ਜਾਣਿਆ ਵੀ ਅੱਜ ਦੀਨ ਦੁਨੀਆ ਦਾ ਮਾਲਕ ਸਾਡੇ ਘਰ ਆ ਗਿਆ, ਔਰ ਘਰ ਵੀ ਸਾਨੂੰ ਇਹਨਾਂ ਨੇ ਦਿੱਤਾ, ਬਖਸ਼ਿਆ ਹੋਇਆ, ਤੇ ਸਾਡੇ ਘਰ ਆਏ ਤੇ ਸਤਿਕਾਰ ਕਰੀਏ ਮਹਾਰਾਜ ਸਾਹਿਬ ਜੀ ਦਾ। ਨਹੀਂ ਉੱਠੇ, ਨਹੀਂ। ਗੁਰਾਂ ਨੇ ਆਖਿਆ, ਕਹਿਣ ਲੱਗੇ, ਭਾਈ ਪ੍ਰੇਮੀਓ, ਕੀਰਤਨ ਦਾ ਸਮਾਂ ਹੋ ਗਿਆ,
ਆਪ ਆਏ ਨਹੀਂ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ, ਸੰਗਤਾਂ ਆ ਕੇ ਬੈਠੀਆਂ ਹੋਈਆਂ, ਚਲੋ ਚੱਲ ਕੇ ਕੀਰਤਨ ਕਰੋ। ਤੇ ਨਾਲ ਹੀ ਬਚਨ ਕੀਤਾ, ਜੇ ਮਾਇਆ ਗੱਲ ਕਰਦੇ ਹੋ ਵੀ ਥੋੜੀ ਮਿਲੀ ਹੈ, ਜਿੰਨੀ ਮਾਇਆ ਕਹਿੰਦੇ ਹੋ ਓਨੀ ਦਵਾ ਵੀ ਦਿੰਦੇ ਹਾਂ। ਮਾਇਆ ਵੀ ਆਪਣੀ ਮੰਗ ਕੇ ਲੈ ਲਵੋ, ਪਰ ਕੀਰਤਨ ਦੀ ਹਾਜ਼ਰੀ ਨਾ ਛੱਡੋ। ਕੀਰਤਨ ਕਰੋ ਚੱਲ ਕੇ ਗੁਰੂ ਦਰਬਾਰ ਦੇ ਵਿੱਚ। ਜਦੋਂ ਐਸੇ ਬਚਨ ਮਹਾਰਾਜ ਸਾਹਿਬ ਜੀਆਂ ਨੇ ਆਖੇ, ਉਸ ਵੇਲੇ ਮਹਾਰਾਜ ਨੂੰ ਇਹਨਾਂ ਨੇ ਬੜੇ ਹੰਕਾਰ ਦੇ ਨਾਲ ਆਖਿਆ, ਕਹਿਣ ਲੱਗੇ ਇੰਨਾ ਟਾਈਮ ਹੋ ਗਿਆ ਸਾਨੂੰ ਕੀਰਤਨ ਕਰਦਿਆਂ, ਸਾਨੂੰ ਗੁਰੂ ਘਰੋਂ ਕੀ ਮਿਲਿਆ ਹੈ? ਸਾਨੂੰ ਤੇ ਕੁਝ ਵੀ ਨਹੀਂ ਮਿਲਿਆ ਹੈ। ਜੇ ਇਹੋ ਹੀ ਕੀਰਤਨ ਅਸੀਂ ਕਿਸੇ ਰਾਜੇ ਮਹਾਰਾਜੇ ਦੇ ਦਰਬਾਰ ਵਿੱਚ ਕਰਦੇ, ਉੱਥੋਂ ਸਾਨੂੰ ਬੇਅੰਤ ਮਾਇਆ ਮਿਲਣੀ ਸੀ, ਬੜੇ ਪਦਾਰਥ ਮਿਲਣੇ ਸਨ, ਬੜੇ ਮਾਣ ਸਨਮਾਨ ਮਿਲਣੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਤੁਹਾਡੇ ਕੋਲ ਕੀਰਤਨ ਕਰਕੇ ਕੀ ਮਿਲਿਆ? ਸਾਨੂੰ ਕੁਝ ਨਹੀਂ ਮਿਲਿਆ, ਅਸੀਂ ਕਿਉਂ ਚੱਲੀਏ ਕੀਰਤਨ ਕਰਨ ਵਾਸਤੇ? ਉਸ ਵੇਲੇ ਬਚਨ ਕਰਦੇ ਪਏ, ਅਪਰ ਥਾਨ ਰਹਿ ਕਰ ਕਹੂੰ ਨਿਜ ਰਾਗ ਸੁਣਾਵੇਂ। ਹੁਣ ਤੁਹਾਡੇ ਕੋਲ ਨਹੀਂ ਜਾਵਾਂਗੇ, ਹੁਣ ਕਿਸੇ ਹੋਰ ਕੋਲ ਜਾਵਾਂਗੇ, ਉੱਥੇ ਜਾ ਕੇ ਆਪਣੇ ਰਾਗ ਪੜ੍ਹ ਕੇ ਸੁਣਾਵਾਂਗੇ। ਲੇਹ ਦਰਬ ਉਰ ਭਾਵਤੋ ਕਹਿਤਾਨ ਰਝਾਵੇਂ। ਰਾਗ ਦੀਆਂ ਤਾਨਾਂ ਲਾ ਕੇ ਅਸੀਂ ਜਿੰਨੂੰ ਮਰਜ਼ੀ ਖੁਸ਼ ਕਰ ਲਈਏ ਤੇ ਜਿੰਨੀ ਮਰਜ਼ੀ ਮਾਇਆ ਲੈ ਲਈਏ। ਜਿਤੇ ਬਰਖ ਤੁਮ ਢਿਗ ਰਹੇ ਵਿਦਿਆ ਨਿਜ ਖੋਈ। ਗੁਰਮੁਖੋ ਹੰਕਾਰ ਵਿੱਚ ਇਹ ਗੱਲ ਕਹਿ ਦਿੱਤੀ, ਗੁਰੂ ਅਰਜਨ ਦੇਵ ਪਾਤਸ਼ਾਹ ਜਿੰਨੇ ਸਾਲ ਤੁਹਾਡੇ ਕੋਲ ਕੀਰਤਨ ਕੀਤਾ ਨਾ, ਇਹ ਤੇ ਅਸੀਂ ਆਪਣੀ ਵਿਦਿਆ ਗਵਾਈ ਹੈ ਤੁਹਾਡੇ ਕੋਲ ਰਹਿ ਕੇ। ਅਸੀਂ ਤੇ ਆਪਣਾ ਸਮਾਂ ਬਰਬਾਦ ਕਰ ਲਿਆ ਤੁਹਾਡੇ ਕੋਲ ਰਹਿ ਕੇ। ਅਸੀਂ ਆਪਣੇ ਕੀਰਤਨ ਦੀ ਵਿਦਿਆ ਤੁਹਾਡੇ ਕੋਲ ਰਹਿ ਕੇ ਗਵਾ ਲਈ ਹੈ। ਸਾਨੂੰ ਤੇ ਤੁਹਾਡੇ ਕੋਲ ਨਹੀਂ ਸੀ ਰਹਿਣਾ ਚਾਹੀਦਾ। ਸੁਨ ਰੀਜਤ ਜਾਣਤ ਗੁਣਨ ਪੈ ਮੌਜ ਨਾ ਕੋਈ। ਸਾਡੇ ਗੁਣਾਂ ਨੂੰ ਸੁਣ ਕੇ ਤੇ ਸਾਰੇ ਹੀ ਸਾਡੇ ਤੇ ਖੁਸ਼ ਹੋ ਜਾਂਦੇ। ਐਸੇ ਬਚਨ ਮਹਾਰਾਜ ਸਾਹਿਬ ਜੀਆਂ ਦੇ ਨਾਲ ਕਰਦੇ ਪਏ। ਸਤਿਗੁਰੂ ਇਹਨਾਂ ਦਾ ਬਚਨ ਸੁਣਦੇ ਪਏ। ਫਿਰ ਇਹਨਾਂ ਨੇ ਬਚਨ ਆਖਿਆ, ਜਦੋਂ ਗੁਰੂ ਪਾਤਸ਼ਾਹ ਦੀ ਨਰਾਦਰੀ ਦੇ ਬਚਨ ਕਹੇ ਨਾ, ਸਤਿਗੁਰੂ ਸ਼ਿਵਾ ਨਿਧਾਨ ਨੇ, ਗਰੀਬ ਨਵਾਜ ਨੇ, ਪਤਿਤ ਪਾਵਨ ਮਹਾਰਾਜ ਚੁੱਪ ਕਰਕੇ ਗੰਭੀਰ ਆਸ਼ੇ ਵਾਲੇ ਸੁਣਦੇ ਰਹੇ। ਪਰ ਗੁਰਮੁਖੋ ਇਹਨਾਂ ਦਾ ਮੂੰਹ ਹੁਣ ਬਹੁਤਾ ਵਧਿਆ। ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਹੈ? ਗੁਰੂ ਨਾਨਕ ਸਾਹਿਬ ਦੀ ਤਾਂ ਜਾਣ ਪਛਾਣ ਬਣੀ ਹੈ, ਭਾਈ ਮਰਦਾਨਾ ਜੀ ਨੇ ਕੀਰਤਨ ਕੀਤਾ ਤੇ ਤਾਂ ਗੁਰੂ ਨਾਨਕ ਸਾਹਿਬ ਨੂੰ ਜਾਣਿਆ ਲੋਕਾਂ ਨੇ। ਤੇ ਭਾਈ ਮਰਦਾਨਾ ਕੌਣ ਸੀ? ਉਹ ਵੀ ਤੇ ਸਾਡਾ ਮਰਾਸੀ ਹੈ ਨਾ। ਮਰਾਸੀਆਂ ਕਰਕੇ ਗੁਰੂ ਨਾਨਕ ਦੇ ਘਰ ਦੀ ਜਾਣ ਪਛਾਣ ਹੈ। ਭਾਈ ਮਰਦਾਨਾ ਜੀ ਨਾ ਹੁੰਦੇ ਤੇ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਜਾਣਨਾ ਨਹੀਂ ਸੀ। ਭਾਈ ਦਾਨਾ ਜੀ ਨਾ ਹੁੰਦੇ ਤੇ ਗੁਰੂ ਅੰਗਦ ਸਾਹਿਬ ਨੂੰ ਨਹੀਂ ਸੀ ਕਿਸੇ ਨੇ ਜਾਣਨਾ। ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰਬਾਰ ਵਿੱਚ ਭਾਈ ਦਾਨਾ ਜੀ ਕੀਰਤਨ ਕਰਦੇ ਸਨ। ਇਹ ਵੀ ਮਰਾਸੀ ਔਰ ਇਹ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਕਰਦੇ। ਇਹਨਾਂ ਤੋਂ ਅੱਗੇ ਹੋਏ ਭਾਈ ਦਾਲਾ ਜੀ, ਜੋ ਗੁਰੂ ਅਮਰਦਾਸ ਔਰ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਕੀਰਤਨ ਕਰਦੇ ਰਹੇ। ਇਹ ਉਹਨਾਂ ਵਿਅਕਤੀਆਂ ਦਾ ਨਾਮ ਲੈ ਕੇ ਆਖਦੇ, ਗੁਰੂ ਨਾਨਕ ਸਾਹਿਬ ਨੂੰ ਕਿਹਨੇ ਜਾਣਨਾ ਸੀ ਜੇ ਭਾਈ ਮਰਦਾਨਾ ਜੀ ਨਾ ਹੁੰਦੇ? ਗੁਰੂ ਅੰਗਦ ਸਾਹਿਬ ਨੂੰ ਕਿਹਨੇ ਜਾਣਨਾ ਸੀ ਜੇ ਭਾਈ ਦਾਨਾ ਜੀ ਨਾ ਹੁੰਦੇ? ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਿਹਨੇ ਜਾਣਨਾ ਸੀ ਜੇ ਭਾਈ ਦਾਲਾ ਜੀ ਕੀਰਤਨ ਨਾ ਕਰਦੇ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਨੂੰ ਕਿਹਨੇ ਜਾਣਨਾ ਸੀ ਜੇ ਅਸੀਂ ਤੁਹਾਡੇ ਦਰਬਾਰ ਵਿੱਚ ਆ ਕੇ ਕੀਰਤਨ ਨਾ ਕਰਦੇ? ਐਸੇ ਹੰਕਾਰ ਵਾਲੇ ਬਚਨ ਇਹਨਾਂ ਨੇ ਮਹਾਰਾਜ ਸਾਹਿਬ ਜੀਆਂ ਨੂੰ ਉਸ ਵੇਲੇ ਆਖੇ। ਸ੍ਰੀ ਨਾਨਕ ਪੂਰਵ ਭੈ ਜਗ ਕਿਨੂੰ ਨਾ ਜਾਣਿਓ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਤੇ ਉਦਾਸੀਆਂ ਦੇ ਬਾਅਦ ਵਿੱਚ ਤੁਰੇ, ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਨੇ ਜਾਣਿਆ ਹੈ? ਗੁਰੂ ਨਾਨਕ ਸਾਹਿਬ ਨੂੰ ਉਦੋਂ ਜਾਣਿਆ ਜਦੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰੇ। ਮਰਦਾਨਾ ਜਬ ਰਾਖਿਓ ਸਭ ਮੈਂ ਪ੍ਰਗਟਾਨਿਓ। ਜਦੋਂ ਭਾਈ ਮਰਦਾਨਾ ਜੀ ਨੂੰ ਨਾਲ ਰੱਖਿਆ ਗੁਰੂ ਨਾਨਕ ਸਾਹਿਬ ਤਾਂ ਪ੍ਰਗਟ ਹੋਏ, ਨਹੀਂ ਤੇ ਹੋਣਾ ਨਹੀਂ ਸੀ। ਸ੍ਰੀ ਅੰਗਦ ਗੁਰ ਅਮਰ ਜੀ ਤੁਮਰੋ ਪਿਤ ਜੋਈ। ਗੁਰੂ ਅਰਜਨ ਦੇਵ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਔਰ ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਹਨ। ਪ੍ਰਗਟ ਰਬਾਬੀ ਕਰਤ ਭੇ ਇਮ ਲਖੈ ਨਾ ਕੋਈ। ਸਾਡੇ ਰਬਾਬੀਆਂ ਨੇ ਤੁਹਾਨੂੰ ਪ੍ਰਗਟ ਕੀਤਾ ਹੈ, ਤੁਹਾਨੂੰ ਤੇ ਜਾਣਦਾ ਹੀ ਕੋਈ ਨਹੀਂ ਸੀ ਪਹਿਲਾਂ। ਤੁਮ ਟਿਗ ਹਮ ਕੀਰਤਨ ਕਰੈ ਗੁਰ ਮਹਿਮਾ ਗਾਵੈ। ਸੁਣ ਸੁਣ ਸਿੱਖਬੋ ਦੇਸ਼ ਕੇ ਵਸਤੂ ਗੰਨ ਲਿਆਵੇ। ਕੀਰਤਨ ਅਸੀਂ ਕਰਦੇ ਹਾਂ, ਸੰਗਤ ਤਾਂ ਬੈਠਦੀ ਹੈ। ਸਾਡਾ ਕੀਰਤਨ ਸੁਣ ਕੇ ਸੰਗਤ ਤੁਹਾਨੂੰ ਭੇਟਾ ਦਿੰਦੀ ਹੈ, ਤੁਹਾਨੂੰ ਲਿਆ ਕੇ ਵਸਤੂਆਂ ਦਿੰਦੀ ਹੈ, ਪਰ ਸਭ ਕੁਝ ਸਾਡੀਆਂ ਹੀ ਲਿਆਂਦੀਆਂ ਹੋਈਆਂ ਹਨ।
गुरु गुरु उचरै तुम्हें पूजै धन आनै, सुनकर हमरे राग को संगत सब मानै। ਜਿਹੜੀ ਗੁਰੂ ਗੁਰੂ ਕਰਕੇ ਤੁਹਾਡੀ ਪੂਜਾ ਹੁੰਦੀ ਹੈ ਨਾ, ਉਹ ਸਾਡੇ ਕਰਕੇ ਹੈ। ਸਾਡੇ ਕਰਕੇ ਤੁਹਾਡੀ ਪੂਜਾ ਹੋ ਰਹੀ ਹੈ। ਤੇ ਬਚਨ ਹੈ ਇਤਨੋ ਗੁਣ ਹਮਰੋ ਮਹਾ ਕਾ ਜਾਣਿਓ ਨਾਹੀ, ਨਾਹੇ ਤਾਂ ਆਦੀ ਭੇਟ ਕਿਉ ਦਿਓ ਹਮ ਘਰ ਮਾਹੀ। ਗੁਰਮੁਖੋ ਕਹਿਣ ਲੱਗੇ ਜੇ ਸਾਨੂੰ ਮਹਾਰਾਜ ਲਿਜਾਣਾ ਚਾਹੁੰਦੇ ਹੋ ਨਾ, ਤੇ ਹੁਣ ਫਿਰ ਪੱਕਾ ਬਚਨ ਇਹ ਹੈ ਵੀ ਅੱਧੀ ਭੇਟਾ ਸਾਡੀ ਤੇ ਅੱਧੀ ਭੇਟਾ ਤੁਹਾਡੀ। ਜਿੰਨੀ ਸੰਗਤ ਤੁਹਾਨੂੰ ਮੱਥਾ ਟੇਕੇ ਉਹ ਹਿੱਸੇ ਦੋ ਕੀਤੇ ਜਾਣ, ਅੱਧੀ ਤੁਸੀਂ ਰੱਖ ਲਓ, ਅੱਧੀ ਸਾਨੂੰ ਦੇ ਦਿਓ। ਤੁਹਾਡਾ ਅੱਧਾ ਹਿੱਸਾ ਤਾਂ ਹੈ ਕਿਉਂਕਿ ਤੁਸੀਂ ਗੁਰੂ ਗੱਦੀ 'ਤੇ ਬੈਠੇ ਹੋ, ਅਤੇ ਸਾਡਾ ਅੱਧਾ ਹਿੱਸਾ ਤਾਂ ਵੀ ਅਸੀਂ ਕੀਰਤਨ ਕਰਕੇ ਤੁਹਾਡੀ ਪੂਜਾ ਕਰਾਉਂਦੇ ਹਾਂ। ਇਸ ਕਰਕੇ ਹੁਣ ਸੰਗਤ ਦਾ ਚੜ੍ਹਾਵਾ ਅੱਧਾ ਅੱਧਾ ਜੇ ਬੰਨੋਗੇ ਤਾਂ ਤਾਂ ਗੱਲ ਬਣਦੀ ਹੈ। ਤੇ ਉਸ ਵੇਲੇ ਅਬ ਜਾਨੀ ਪਰ ਹੈ ਭਲੇ ਕਿਮ ਗੁਰੂ ਕਹਾਵੋ। ਹੁਣ ਪਤਾ ਲੱਗੇਗਾ ਵੀ ਤੁਸੀਂ ਆਪਣੇ ਆਪ ਨੂੰ ਗੁਰੂ ਕਿਵੇਂ ਕਹਾਉਂਦੇ ਹੋ। ਸਾਡੇ ਕਰਕੇ ਕਹਾਉਂਦੇ ਸੀ, ਹੁਣ ਨਹੀਂ ਜਾਂਦੇ ਆਪਾਂ ਕੀਰਤਨ ਕਰਨ ਵਾਸਤੇ। ਹੁਣ ਪਤਾ ਲੱਗੇਗਾ ਤੁਸੀਂ ਕਿ ਆਪਣੇ ਆਪ ਨੂੰ ਕਿਵੇਂ ਗੁਰੂ ਕਹਾਉਂਦੇ ਹੋ। ਵਸਤ ਹਜ਼ਾਰੋਂ ਦਰਬ ਬਹੁ ਕੈਸੇ ਤੁਮ ਪਾਵੋ। ਹਜ਼ਾਰਾਂ ਰੁਪਈਏ, ਬੜੇ ਬੜੇ ਸੋਹਣੇ ਕੰਬਲ, ਬੜੇ ਬੜੇ ਸੋਹਣੇ ਖੇਸ, ਬੜੀਆਂ ਬੜੀਆਂ ਕੀਮਤੀ ਵਸਤੂਆਂ ਹੁਣ ਵੇਖਾਂਗੇ ਵੀ ਤੁਹਾਡੇ ਕੋਲ ਕਿਵੇਂ ਆਉਂਦੀਆਂ, ਸਾਡੇ ਬਿਨਾਂ ਨਹੀਂ ਆ ਸਕਦੀਆਂ। ਪੂਜਾ ਹੋਵੇ ਤਿਸ ਕੀ ਮਾਨੈ ਸਮੁਦਾਈ, ਹਮ ਅਧੀਨ ਕਰਬੋ ਗੁਰੂ ਨੇ ਤੁਮਨੇ ਜਾਨਾ। ਗੁਰੂ ਬਣਾਉਣਾ ਸਾਡੇ ਹੱਥ ਵਿੱਚ ਹੈ। ਗੁਰਮੁਖੋ ਮਰਾਸੀਆਂ ਨੂੰ ਹੰਕਾਰ ਇੰਨਾ ਹੋ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਹਿਣ ਲੱਗੇ ਗੁਰੂ ਬਣਾਉਣਾ ਸਾਡੇ ਹੱਥ ਵਿੱਚ ਹੈ। ਕਿਸੇ ਵੀ ਅਸੀਂ ਸੋਢੀ ਦੇ ਕੋਲ ਬੈਠ ਜਾਵਾਂਗੇ, ਕਿਉਂਕਿ ਗੁਰਤਾ ਗੱਦੀ ਸੋਢੀਆਂ ਕੋਲ ਹੈ ਨਾ, ਕਿਸੇ ਸੋਢੀ ਕੋਲ ਵੀ ਬੈਠ ਜਾਵਾਂਗੇ, ਜਾ ਕੇ ਕੀਰਤਨ ਕਰਨ ਲੱਗ ਪਵਾਂਗੇ, ਉਹਨੂੰ ਗੁਰੂ ਬਣਾ ਦਿਆਂਗੇ। ਇਹ ਸਾਡੇ ਹੱਥ ਵਿੱਚ ਹੈ। ਗੁਰਮੁਖੋ ਐਸੇ ਬਚਨ ਜਦੋਂ ਇਹਨਾਂ ਨੇ ਕੀਤੇ ਨਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹ ਸੱਤਿਆ ਤੇ ਬਲਵੰਡਿਆ ਤੁਸੀਂ ਫਿੱਟ ਗਏ ਹੋ, ਤੁਸੀਂ ਹੰਕਾਰੇ ਗਏ ਹੋ। ਸਾਨੂੰ ਬਚਨ ਕਿਹਾ ਕੋਈ ਗੱਲ ਨਹੀਂ, ਤੁਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਬਚਨ ਕੀਤੇ। ਗੁਰੂ ਅੰਗਦ ਸਾਹਿਬ ਧੰਨ ਗੁਰੂ ਅਮਰਦਾਸ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਡਿਆਈ ਦੇ ਖਿਲਾਫ ਬਚਨ ਕੀਤੇ, ਤੁਸੀਂ ਫਿੱਟ ਗਏ ਹੋ। ਤੇ ਜਿਹੜਾ ਵੀ ਤੁਹਾਨੂੰ ਬਖਸ਼ਾਏਗਾ ਨਾ, ਮਾਫੀ ਦਵਾਵੇਗਾ ਨਾ, ਉਹਦਾ ਅਸੀਂ ਮੂੰਹ ਕਾਲਾ ਕਰਵਾਵਾਂਗੇ, ਉਹਨੂੰ ਖੋਤੇ ਦੇ ਉੱਪਰ ਬਿਠਾਵਾਂਗੇ, ਤੌੜੀਆਂ ਢੋਲ ਵਜਾ ਵਜਾ ਕੇ ਦੁਨੀਆ ਨੂੰ ਇਕੱਠਾ ਕਰਕੇ ਵਿਖਾਵਾਂਗੇ। ਬੱਚਿਆਂ ਨੂੰ ਕਵਾਂਗੇ ਤਾੜੀਆਂ ਮਾਰ ਮਾਰ ਕੇ ਉਹਦੀ ਹਾਸੀ ਉਡਾਓ, ਉਹਦਾ ਮਜ਼ਾਕ ਉਡਾਓ। ਜਿਹੜਾ ਤੁਹਾਨੂੰ ਬਖਸ਼ਾਉਣ ਵੀ ਆ ਗਿਆ ਉਹਨੂੰ ਵੀ ਅਸੀਂ ਸਜ਼ਾ ਦੇਵਾਂਗੇ, ਤੁਹਾਨੂੰ ਬਖਸ਼ਾਵੇਗਾ ਕੋਈ। ਮਹਾਰਾਜ ਸਾਹਿਬ ਜੀਆਂ ਦਾ ਬਚਨ ਸੁਣ ਕੇ ਸਤਿਗੁਰੂ ਬਾਹਰ ਆ ਗਏ। ਗਰੀਬ ਨਵਾਜ ਸਤਿਗੁਰਾਂ ਦੇ ਬਚਨ ਹੋਣ ਦੇ ਨਾਲ ਸਰੀਰ ਦੇ ਉੱਪਰ ਕੋੜ੍ਹ ਦਾ ਰੋਗ ਹੋਣਾ ਸ਼ੁਰੂ ਹੋ ਗਿਆ। ਗਲੇ ਇਹਨਾਂ ਦੇ ਪੱਕ ਗਏ, ਮੂੰਹ ਪੱਕ ਗਏ, ਬੋਲਿਆ ਨਹੀਂ ਜਾਂਦਾ ਹੈ। ਸਤਿਗੁਰੂ ਇਹਨਾਂ ਦੇ ਘਰ ਵਿੱਚੋਂ ਨਿਕਲ ਕੇ, ਗੁਰਮੁਖੋ ਜਦੋਂ ਆਪਾਂ 68 ਤੀਰਥ ਦੇ ਦਰਸ਼ਨ ਕਰਦੇ ਹਾਂ ਨਾ, ਸ੍ਰੀ ਦਰਬਾਰ ਸਾਹਿਬ ਦੁੱਖ ਭੰਜਨੀ ਬੇਰ ਦੇ ਨਾਲ ਹੀ ਥੜਾ ਬਣਿਆ ਹੋਇਆ ਨਾ, ਜਿਸ ਨੂੰ 8 ਤੀਰਥ ਕਿਹਾ ਜਾਂਦਾ, ਇੱਥੇ ਬੈਠੇ ਫਿਰ ਆ ਕੇ ਮਹਾਰਾਜ ਸਤਿਗੁਰੂ ਕਹਿਣ ਲੱਗੇ ਆਓ ਭਾਈ ਸਿੱਖੋ, ਸੰਗਤ ਨੂੰ ਇਕੱਠਿਆਂ ਕਰਕੇ ਕੀਰਤਨ ਸੁਣਵਾਈਏ। ਸੰਗਤ ਨੂੰ ਇਕੱਠਿਆਂ ਕੀਤਾ। ਸਤਿਗੁਰਾਂ ਨੇ ਆਪ ਸਰੰਦਾ ਆਪਣੇ ਹੱਥ ਵਿੱਚ ਫੜਿਆ ਹੈ, ਜਿਸ ਨੂੰ ਸਿਰ ਦਾ ਤਾਜ ਕਿਹਾ ਜਾਂਦਾ ਹੈ ਨਾ, ਸਿਰ ਦਾ ਸ਼੍ਰੋਮਣੀ ਸਾਜ ਸਰੰਦਾ ਆਪ ਫੜਿਆ। ਭਾਈ ਗੁਰਦਾਸ ਜੀਆਂ ਨੇ ਉਸ ਵੇਲੇ ਆਪਣੇ ਹੱਥ ਵਿੱਚ ਤਬਲਾ ਜਾਂ ਕਹਿ ਲਈਏ ਮਰਦੰਗ ਵਜਾਉਣ ਵਾਸਤੇ ਫੜੀ ਹੈ। ਭਾਈ ਬੁੱਢਾ ਸਾਹਿਬ ਜੀ ਨੂੰ ਬਚਨ ਹੋਇਆ ਤਾਨਪੁਰਾ ਆਪਣੇ ਹੱਥ ਵਿੱਚ ਲਿਆ ਹੈ। ਐਸੇ ਸਾਜ ਲੈ ਕੇ ਸਤਿਗੁਰੂ ਪਾਤਸ਼ਾਹ ਆਪ ਕੀਰਤਨ ਕਰਦੇ ਪਏ। ਜਿਨ੍ਹਾਂ ਸਿੱਖਾਂ ਨੂੰ ਕਦੇ ਸਾਜ ਫੜਨਾ ਨਹੀਂ ਸੀ ਆਉਂਦਾ, ਉਹਨਾਂ ਨੇ ਬੜੇ ਸੋਹਣੇ ਸਾਜ ਵਜਾ ਕੇ, ਬੜੇ ਸੋਹਣੇ ਰਾਗ ਪੜ੍ਹ ਕੇ ਸੰਗਤ ਨੂੰ ਸੁਣਾਏ। ਸੰਗਤ ਨੂੰ ਦੇਸ਼ ਕਾਲ ਸਮਾਂ ਸਾਰਾ ਹੀ ਭੁੱਲ ਗਿਆ। ਅਸੀਂ ਕਿੱਥੇ ਬੈਠੇ ਹਾਂ, ਕਿੰਨਾ ਸਮਾਂ ਹੋ ਗਿਆ, ਕਦੋਂ ਆਏ ਹਾਂ, ਸਭ ਕੁਝ ਭੁੱਲ ਗਿਆ। ਐਸੀਆਂ ਬਿਰਤੀਆਂ ਲੱਗ ਗਈਆਂ, ਐਸੀਆਂ ਸਮਾਧੀਆਂ ਲੱਗ ਗਈਆਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸਮੇਤ ਸਿੱਖਾਂ ਦੇ ਕੀਰਤਨ ਕਰਕੇ ਸੰਗਤ ਨੂੰ ਸਰਵਣ ਕਰਵਾਇਆ। ਕੀਰਤਨ ਦੀ ਸਮਾਪਤੀ ਹੋਈ ਹੈ। ਸਤਿਗੁਰਾਂ ਨੇ ਬਚਨ ਆਖੇ, ਕਹਿਣ ਲੱਗੇ ਲਓ ਭਾਈ, ਇਹ ਕੀਰਤਨ ਦੀ ਵਿਦਿਆ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਬਖਸ਼ਿਸ਼ ਕੀਤੀ ਸੀ। ਅੱਜ ਤੋਂ ਬਾਅਦ ਇਹ ਕੀਰਤਨ ਦੀ ਵਿਦਿਆ ਅਸੀਂ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕਰਦੇ ਹਾਂ। ਭਲੇ ਸੋ ਨਿਹਾਲ।
ਇਹ ਕੀਰਤਨ ਦੀ ਵਿਦਿਆ ਜਿਹੜੀ ਹੈ ਹੁਣ ਮੇਰੇ ਸਿੱਖ ਕਰਿਆ ਕਰਨਗੇ। ਹੁਣ ਇਹਨਾਂ ਮਰਾਸੀਆਂ ਦੇ ਕੋਲੋਂ ਇਹ ਵਿਦਿਆ ਜਿਹੜੀ ਹੈ ਨਾ ਸੰਗਤ ਨਹੀਂ ਸੁਣਿਆ ਕਰੇਗੀ, ਕਿਉਂਕਿ ਇਹ ਕੇਸ ਕਟਾਉਂਦੇ ਨੇ, ਇਹ ਤੰਬਾਕੂ ਦੀ ਵਰਤੋਂ ਕਰਦੇ ਨੇ, ਇਹਨਾਂ ਦੇ ਕੋਲੋਂ ਕੀਰਤਨ ਦੀ ਵਿਦਿਆ ਨਹੀਂ। ਹੁਣ ਮੇਰੇ ਸਿੱਖ ਇਹ ਕੀਰਤਨ ਕਰਿਆ ਕਰਨਗੇ। ਮਹਾਰਾਜ ਸਾਹਿਬ ਜੀ ਦਾ ਬਚਨ ਹੋਇਆ, ਗੁਰਮੁਖੋ ਉਧਰੋਂ ਇਹ ਫਟਕਾਰੇ ਗਏ, ਆਪ ਸਾਜ ਚੁੱਕੇ ਜਾਂਦੇ ਲੋਕਾਂ ਦੇ ਘਰ ਵਿੱਚ, ਸਾਡੇ ਤੋਂ ਕੀਰਤਨ ਸੁਣੋ। ਸੰਗਤਾਂ ਦਰਵਾਜ਼ੇ ਬੰਦ ਕਰ ਲੈਂਦੀਆਂ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਫਟਕਾਰੇ ਹੋਏ ਨੇ, ਇਹਨਾਂ ਨੂੰ ਮੱਥੇ ਨਹੀਂ ਲਾਉਣਾ ਹੈ। ਕਿੱਥੇ ਇੰਨਾ ਸਨਮਾਨ ਸੀ, ਸੰਗਤਾਂ ਨਮਸਕਾਰਾਂ ਕਰਦੀਆਂ, ਕਿੱਥੇ ਸਮਾਂ ਹੈ ਵੀ ਜਾਂਦੇ ਲੋਕ ਦਰਵਾਜ਼ਾ ਬੰਦ ਕਰ ਲੈਂਦੇ। ਕੋੜ ਦਾ ਰੋਗ ਵੱਧਦਾ ਗਿਆ, ਸਰੀਰ ਸਾਰਾ ਕੋੜ ਦੇ ਨਾਲ ਭਰ ਗਿਆ, ਗਲੇ ਪੱਕ ਗਏ, ਬੋਲਿਆ ਨਹੀਂ ਜਾਂਦਾ। ਫਿਰ ਜਾ ਕੇ ਕਿਤੇ ਅਕਲ ਆਈ ਹੈ ਵੀ ਅਸੀਂ ਤੇ ਹੰਕਾਰ ਦੇ ਨਾਲ ਬਚਨ ਕੀਤੇ, ਪਿਛਲਾ ਸਮਾਂ ਚੇਤੇ ਆ ਗਿਆ, ਕਿਵੇਂ ਅਸੀਂ ਦਰ ਦਰ ਦੀਆਂ ਠੋਕਰਾਂ ਖਾਂਦੇ ਸਾਂ ਔਰ ਗੁਰੂ ਪਾਤਸ਼ਾਹ ਨੇ ਸਾਨੂੰ ਨਿਵਾਜਿਆ ਸੀ, ਪਰ ਅਸੀਂ ਉਹ ਮਹਾਰਾਜ ਦਾ ਸਤਿਕਾਰ ਨਹੀਂ ਕੀਤਾ ਹੈ। ਉਸ ਵੇਲੇ ਆਪਣੇ ਘਰ ਵਿੱਚ ਬੈਠੇ ਝੂਰਦਿਆਂ ਇਹਨਾਂ ਨੂੰ ਭਾਈ ਗੁਰਦਾਸ ਜੀ ਦਾ ਬਚਨ ਚੇਤੇ ਆਇਆ। ਜਦੋਂ ਪਹਿਲਾਂ ਇਹ ਗੁਰੂ ਘਰ ਵਿੱਚ ਕੀਰਤਨ ਕਰਦੇ ਸਨ, ਉਦੋਂ ਭਾਈ ਗੁਰਦਾਸ ਜੀ ਨੇ ਸਿਫਤ ਕੀਤੀ ਸੀ ਭਾਈ ਲੱਧਾ ਜੀ ਦੀ, ਵੀ ਭਾਈ ਲੱਧਾ ਜੀ ਬੜੇ ਪਰਉਪਕਾਰੀ ਨੇ, ਜਿਹੜਾ ਵੀ ਕੋਲ ਜਾਂਦਾ ਉਹ ਤੇ ਪਰਉਪਕਾਰ ਕਰਦੇ, ਔਰ ਗੁਰੂ ਅਰਜਨ ਦੇਵ ਪਾਤਸ਼ਾਹ ਬੜਾ ਸਤਿਕਾਰ ਕਰਦੇ ਭਾਈ ਲੱਧਾ ਜੀ ਦਾ। ਘਰ ਵਿੱਚ ਬੈਠਿਆਂ ਫਿਰ ਉਹ ਬਚਨ ਚੇਤੇ ਆਇਆ ਵੀ ਇੱਕ ਭਾਈ ਲੱਧਾ ਹੀ ਹੈ ਜੋ ਸਾਨੂੰ ਬਖਸ਼ਾ ਸਕਦੇ। ਇਸ ਤਰ੍ਹਾਂ ਵਿਚਾਰ ਕਰਕੇ ਦੋਨਾਂ ਭਰਾਵਾਂ ਨੇ ਆਪਣੇ ਤਨ ਜਿਹੜੇ ਨਾ ਕੰਬਲ ਦੀ ਬੁੱਕਲ ਜਾਂ ਚਾਦਰ ਦੀ ਬੁੱਕਲ ਮਾਰ ਕੇ ਸਰੀਰ ਢੱਕ ਕੇ ਅੰਮ੍ਰਿਤਸਰ ਤੋਂ ਚੱਲ ਪਏ ਭਾਈ ਲੱਧਾ ਜੀ ਨੂੰ ਮਿਲਣ ਵਾਸਤੇ ਲਾਹੌਰ ਦੀ ਧਰਤੀ 'ਤੇ। ਭਾਈ ਲੱਧਾ ਜੀ ਲਾਹੌਰ ਰਹਿੰਦੇ ਸਨ। ਜਦੋਂ ਚਲਦਿਆਂ ਕੁਝ ਦਿਨ ਰਸਤੇ ਵਿੱਚ ਬਤੀਤ ਕਰਕੇ ਭਾਈ ਲੱਧੇ ਦੇ ਘਰ ਵਿੱਚ ਪਹੁੰਚੇ ਤੇ ਕਿਸੇ ਨੇ ਦੌੜ ਕੇ ਦੱਸਿਆ, ਭਾਈ ਲੱਧਾ ਜੀ ਜਿਹੜੇ ਮਰਾਸੀਆਂ ਨੂੰ ਗੁਰੂ ਨੇ ਫਟਕਾਰਿਆ ਹੈ ਤੁਹਾਡੇ ਘਰ ਨੂੰ ਤੁਰੇ ਆਉਂਦੇ ਨੇ। ਭਾਈ ਲੱਧਾ ਜੀ ਨੇ ਇਹ ਸੁਨੇਹਾ ਸੁਣ ਕੇ ਆਪਣਾ ਦਰਵਾਜ਼ਾ ਬੰਦ ਕਰ ਲਿਆ ਤੇ ਇਹ ਦੋਨੇ ਜਾਣੇ ਭਾਈ ਲੱਧਾ ਜੀ ਦੇ ਦਰਵਾਜ਼ੇ ਤੇ ਪਹੁੰਚ ਗਏ। ਉਸ ਵੇਲੇ ਭਾਈ ਲੱਧਾ ਜੀ ਨੂੰ ਕਹਿਣ ਲੱਗੇ, ਭਾਈ ਲੱਧਾ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਪਹੁੰਚੇ ਲੱਧੇ ਕੇ ਸਦਨ ਕਿਨ ਜਾਏ ਸੁਨਾਵਾ, ਸੱਤੇ ਜੁਤ ਬਲਵੰਡ ਜੋ ਤੇਰੇ ਗ੍ਰਹਿ ਆਵਾ। ਕਿਸੇ ਨੇ ਆਖਿਆ, ਭਾਈ ਲੱਧਾ ਜੀ ਸੱਤਾ ਬਲਵੰਡਾ ਤੇਰੇ ਦਰਵਾਜ਼ੇ ਤੇ ਆ ਗਏ। ਉਸ ਵੇਲੇ ਦੌਰ ਪੌਰ ਪਟ ਭੀੜ ਕੇ ਅੰਤਰ ਹੋਏ ਬੈਸਾ। ਭਾਈ ਲੱਧੇ ਨੇ ਘਰ ਦਾ ਦਰਵਾਜ਼ਾ ਹੀ ਬੰਦ ਕਰ ਲਿਆ ਵੀ ਇਹਨਾਂ ਦੇ ਮੱਥੇ ਹੀ ਨਹੀਂ ਲੱਗਣਾ ਹੈ। ਅੰਦਰ ਹੋ ਕੇ ਬੈਠ ਗਏ। ਫਿਟਕੇ ਸ਼੍ਰੀ ਅਰਜਨ ਗੁਰੂ ਦੁਖ ਵਢਿਓ ਤੈਸਾ, ਇਹਨਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਟਕਾਰਿਆ ਹੈ ਤਾਂ ਇਹਨਾਂ ਦੇ ਕੋੜ ਦਾ ਰੋਗ ਹੋਇਆ ਹੈ। ਤਰਾਹੇ ਤਰਾਹੇ ਸ਼ਰਣੀ ਭਰੇ ਸੁਨ ਸਿਫਤ ਮਹਾਨੀ। ਇਹ ਬਾਹਰ ਦਰਵਾਜ਼ੇ ਤੇ ਦੋਨੇ ਭਰਾ ਬੈਠ ਗਏ। ਕਹਿਣ ਲੱਗੇ, ਭਾਈ ਲੱਧਾ ਜੀ ਤੁਹਾਡੀ ਸਿਫਤ ਸੁਣ ਕੇ ਤੁਹਾਡੇ ਘਰ ਵਿੱਚ ਆਏ ਆ, ਤੁਸੀਂ ਦਰਵਾਜ਼ਾ ਹੀ ਬੰਦ ਕਰ ਲਿਆ, ਸਾਡੀ ਰੱਖਿਆ ਕਰੋ, ਸਾਡੀ ਰੱਖਿਆ ਕਰੋ, ਤੁਹਾਡੇ ਦਰਵਾਜ਼ੇ ਤੇ ਆਏ ਆ, ਸਾਡੀ ਰੱਖਿਆ ਕਰੋ। ਗੁਰ ਸਿੱਖਨ ਮਹਿ ਨਾਮ ਤੁਮ ਕਹਿ ਪਰਉਪਕਾਰੀ। ਗੁਰੂ ਦੇ ਸਿੱਖਾਂ ਵਿੱਚ ਤੁਹਾਡਾ ਨਾਮ ਹੈ ਵੀ ਤੁਸੀਂ ਬੜੇ ਪਰਉਪਕਾਰੀ ਹੋ, ਤੇ ਫਿਰ ਉਹ ਪਰਉਪਕਾਰ ਸਾਡੇ ਤੇ ਕਰੋ। ਕਰ ਸਹਾਇਤਾ ਦੀਨ ਲੱਖ ਕਟ ਬਿਰਥਾ ਹਮਾਰੀ, ਸਾਡੀ ਪੀੜਾ ਦੂਰ ਕਰ ਦਿਓ, ਸਾਡੀ ਮਦਦ ਕਰਕੇ। ਲਾਜ ਨਾਮ ਕੀ ਰਾਖੀਏ ਅਰਦਾਸ ਸੁਨੀਜੈ। ਤੁਹਾਡਾ ਨਾਮ ਹੈ ਨਾ ਭਾਈ ਲੱਧਾ ਪਰਉਪਕਾਰੀ, ਤੇ ਲੱਧਾ ਪਰਉਪਕਾਰੀ ਤੇ ਤਾਂ ਹੀ ਜਾਣਿਆ ਜਾਵੇਗਾ ਨਾ ਜੇ ਸਾਡੀ ਤੁਸੀਂ ਮਦਦ ਕਰੋ, ਇਹ ਸਾਡੇ ਤੇ ਕਿਰਪਾ ਕਰੋ। ਇੱਕ ਵਾਰ ਸ੍ਰੀ ਗੁਰ ਨਿਕਟ ਹਮਰੀ ਸੁਧ ਦੀਜੈ, ਸਾਨੂੰ ਇੱਕ ਵਾਰੀ ਲੈ ਜਾਓ ਮਹਾਰਾਜ ਦੇ ਕੋਲ ਜਿਵੇਂ ਜਾਣਦੇ ਹੋ, ਤੇ ਸਾਨੂੰ ਬਖਸ਼ਾ ਦਿਓ, ਅਸੀਂ ਭੁੱਲਣਹਾਰ ਭੁੱਲ ਗਏ ਹਾਂ। ਆਣ ਥਾਨ ਤੁਝ ਬਿਨਾ ਨਹਿ ਜਿਸ ਕੇ ਢਿਗ ਜਾਵੇ, ਦਰ ਤੇਰੇ ਹਮ ਪਰ ਰਹਿ ਜਿਉਂ ਕਿਉਂ ਉਰ ਭਾਵੈ। ਭਾਈ ਲੱਧਾ ਜੀ ਤੇਰਾ ਦਰਵਾਜ਼ਾ ਛੱਡ ਕੇ ਨਹੀਂ ਅਸੀਂ ਜਾਣਾ, ਅਸੀਂ ਇੱਥੇ ਮਰ ਜ਼ਰੂਰ ਜਾਵਾਂਗੇ, ਸਰੀਰ ਛੱਡ ਜਾਵਾਂਗੇ, ਸਾਡੀ ਜਾਨ ਤੇਰੇ ਦਰਵਾਜ਼ੇ ਤੇ ਨਿਕਲੇਗੀ, ਪਰ ਤੇਰੇ ਦਰ ਨੂੰ ਛੱਡ ਕੇ ਜਾਣਾ ਨਹੀਂ, ਸਾਡੇ ਤੇ ਪਰਉਪਕਾਰ ਕਰੋ। ਉਸ ਵੇਲੇ ਭਾਈ ਲੱਧੇ ਨੇ ਅੰਦਰੋਂ ਆਵਾਜ਼ ਦਿੱਤੀ, ਕਹਿਣ ਲੱਗਾ, ਗੁਰੂ ਦਾ ਹੁਕਮ ਕੀ ਹੈ? ਇਹਨਾਂ ਨੇ ਬਾਹਰੋਂ ਬੋਲ ਕੇ ਦੱਸਿਆ, ਗੁਰੂ ਦਾ ਹੁਕਮ ਹੈ, ਉਹਦਾ ਮੂੰਹ ਕਾਲਾ ਕਰਾਂਗੇ, ਉਹਨੂੰ ਖੋਤੇ ਤੇ ਬਿਠਾਵਾਂਗੇ, ਬੱਚਿਆਂ ਕੋਲੋਂ ਤਾੜੀਆਂ ਵਜਵਾਵਾਂਗੇ, ਢੋਲ ਤੇ ਤੌੜੀਆਂ ਵਜਵਾਵਾਂਗੇ, ਉਹਨੂੰ ਸੰਗਤ ਵਿੱਚ ਫੇਰਾਂਗੇ ਜਿਹੜਾ ਤੁਹਾਡੀ ਫਰਿਆਦ ਲੈ ਕੇ ਆਵੇਗਾ। ਭਾਈ ਲੱਧਾ ਜੀ ਨੇ ਬਚਨ ਸੁਣ ਕੇ ਆਖਿਆ, ਫਿਰ ਅਸੀਂ ਪਹਿਲਾਂ ਗੁਰੂ ਪਾਤਸ਼ਾਹ ਦੇ ਬਚਨ ਪੂਰੇ ਕਰਾਂਗਾ, ਫਿਰ ਮੈਂ ਗੁਰੂ ਪਾਤਸ਼ਾਹ ਦੇ ਕੋਲ ਤੁਹਾਨੂੰ ਲੈ ਕੇ ਜਾਵਾਂਗਾ।
ਭਾਈ ਲੱਦਾ ਜੀ ਨੇ ਉਸ ਵੇਲੇ ਘੁਮਿਆਰਾਂ ਦੇ ਕੋਲੋਂ ਕਿਰਾਏ ਤੇ ਖੋਤਾ ਮੰਗਾਇਆ। ਖੋਤੇ ਦੇ ਉੱਪਰ ਤਵੇ ਦੇ ਉੱਪਰ ਹੱਥ ਫੇਰ ਕੇ ਕਾਲੀ ਕਾਲਖ ਦੇ ਨਾਲ ਆਪਣਾ ਮੂੰਹ ਆਪ ਕਾਲਾ ਕੀਤਾ। ਗਧੇ ਦੇ ਉੱਪਰ ਬੈਠ ਕੇ ਢੋਲੀ ਨੂੰ ਆਖਿਆ ਢੋਲ ਵਜਾ। ਢੋਲ ਵਜਾ ਕੇ ਪਹਿਲਾਂ ਲਾਹੌਰ ਸ਼ਹਿਰ ਦੀਆਂ ਗਲੀਆਂ ਵਿੱਚ ਗੇੜਾ ਦਿੱਤਾ। ਬੱਚੇ ਦੰਦ ਚੜਾਉਂਦੇ ਨੇ, ਬੱਚੇ ਤਾੜੀਆਂ ਮਾਰਦੇ, ਬੱਚੇ ਹੱਸਦੇ ਪਏ ਵੇਖ ਕੇ। ਫਿਰ ਚਲਦਿਆਂ ਚਲਦਿਆਂ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ। ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਵੀ ਇਸੇ ਤਰ੍ਹਾਂ ਹੀ ਇਹ ਸਾਰਾ ਜਿਹੜਾ ਹੈ ਨਾ ਗਲੀਆਂ ਵਿੱਚ ਗੇੜਾ ਦਿੱਤਾ। ਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਸਾਹਿਬ ਜੀ ਮੰਜੀ ਸਾਹਿਬ ਦੇ ਸਥਾਨ ਤੇ ਬੈਠੇ ਹੋਏ ਸੰਗਤਾਂ ਦੇ ਵਿੱਚ ਭਾਈ ਲੱਦਾ ਜੀ ਅੰਮ੍ਰਿਤਸਰ ਦੇ ਵਿੱਚੋਂ ਗੇੜਾ ਦੇ ਕੇ ਜਿਸ ਜਗ੍ਹਾ ਦੇ ਉੱਪਰ ਬਾਬਾ ਅਟਲ ਜੀ ਦਾ ਸਥਾਨ ਬਣਿਆ ਨਾ ਗੁਰਮੁਖੋ, ਇਸ ਪਾਸਿਓਂ ਭਾਈ ਲੱਦਾ ਜੀ ਚਲਦਿਆਂ ਚਲਦਿਆਂ ਮੰਜੀ ਸਾਹਿਬ ਵਾਲੇ ਸਥਾਨ ਤੇ ਪਹੁੰਚੇ। ਢੋਲ ਦਾ ਆਵਾਜ਼ ਸੁਣ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੁੱਛਿਆ, ਕਹਿਣ ਲੱਗੇ ਭਾਈ ਇਹ ਆਵਾਜ਼ ਕਿੱਧਰੋਂ ਆ ਰਹੀ ਹੈ? ਕਿਸੇ ਸਿੱਖ ਨੇ ਜਾ ਕੇ ਦੱਸਿਆ ਜੀ ਲਾਹੌਰ ਤੋਂ ਭਾਈ ਲੱਦਾ ਜੀ ਆਏ ਨੇ, ਖੋਤੇ ਤੇ ਬੈਠੇ ਹੋਏ ਨੇ, ਉਹਨਾਂ ਨੇ ਮੂੰਹ ਕਾਲਾ ਕਰਿਆ ਹੋਇਆ ਹੈ, ਬੱਚੇ ਤਾੜੀਆਂ ਵਜਾਉਂਦੇ ਪਏ ਨੇ, ਇਸ ਤਰ੍ਹਾਂ ਦਾ ਸਰੂਪ ਬਣਾ ਕੇ ਉਹ ਆ ਰਹੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜਾਣ ਗਏ ਭਾਈ ਲੱਦਾ ਤੇ ਬਖਸ਼ਾਉਣ ਵਾਸਤੇ ਆਉਂਦੇ ਪਏ। ਗਰੀਬ ਨਵਾਜ ਆਪ ਆਏ ਅੱਗੋਂ ਦੀ, ਭਾਈ ਲੱਦਾ ਜੀ ਨੂੰ ਵੇਖ ਕੇ ਕਹਿਣ ਲੱਗੇ ਭਾਈ ਲੱਦਿਆ ਇਹ ਕੀ ਕੀਤਾ ਹੈ? ਕਹਿਣ ਲੱਗਾ ਮਹਾਰਾਜ ਇਹ ਤੁਹਾਡੇ ਵੱਲੋਂ ਫਟਕਾਰੇ ਹੋਏ ਮਰਾਸੀ, ਤੁਸੀਂ ਆਖਿਆ ਸੀ ਜਿਹੜਾ ਇਹਨਾਂ ਨੂੰ ਬਖਸ਼ਾਵੇਗਾ ਉਹਦਾ ਮੂੰਹ ਕਾਲਾ ਕਰ ਦੇਵਾਂਗੇ, ਉਹਨੂੰ ਗਧੇ ਤੇ ਬਿਠਾ ਕੇ ਨਗਰਾਂ ਨਗਰਾਂ ਦਾ ਗੇੜਾ ਦੇਵਾਂਗੇ। ਮਹਾਰਾਜ ਪਹਿਲਾਂ ਮੈਂ ਤੁਹਾਡੇ ਬਚਨ ਪੂਰੇ ਕੀਤੇ, ਬਖਸ਼ਾਉਣ ਦੀ ਬੇਨਤੀ ਤੇ ਅਜੇ ਬਾਅਦ ਵਿੱਚ ਕਰਨੀ ਹੈ, ਪਰ ਮੇਰੀ ਇੱਕ ਬੇਨਤੀ ਹੈ, ਜੇ ਤੁਹਾਡਾ ਹੋਰ ਵੀ ਕੋਈ ਹੁਕਮ ਹੈ ਨਾ ਮਹਾਰਾਜ ਉਹ ਵੀ ਮੈਨੂੰ ਦੱਸ ਦਿਓ, ਪਹਿਲਾਂ ਮੈਂ ਤੁਹਾਡਾ ਹੁਕਮ ਪੂਰਾ ਕਰਾਂਗਾ, ਫਿਰ ਮਹਾਰਾਜ ਇਹਨਾਂ ਨੂੰ ਬਖਸ਼ਾਉਣ ਦੀ ਬੇਨਤੀ ਕਰਾਂਗਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੁਣ ਕੇ ਕਹਿਣ ਲੱਗੇ ਨਹੀਂ ਭਾਈ ਲੱਦਿਆ, ਜੇ ਸਾਨੂੰ ਤੂੰ ਵੈਸੇ ਹੀ ਕਹਿ ਦਿੰਦਾ ਨਾ ਆ ਕੇ ਵੀ ਮਹਾਰਾਜ ਬਖਸ਼ ਦਿਓ ਤੇ ਅਸੀਂ ਤੇਰਾ ਬਚਨ ਮੋੜਨਾ ਨਹੀਂ ਸੀ, ਤੈਨੂੰ ਇਹ ਕਿਰਿਆ ਕਰਨ ਦੀ ਲੋੜ ਨਹੀਂ ਸੀ। ਨਹੀਂ ਮਹਾਰਾਜ ਸਾਹਿਬ ਜੀ ਤੁਹਾਡਾ ਬਚਨ ਪੂਰਾ ਹੋਣਾ ਵੀ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਆਖਿਆ ਭਾਈ ਲੱਦੇ ਜੀ ਦਾ ਇਸ਼ਨਾਨ ਕਰਵਾ ਕੇ ਮੂੰਹ ਤੋਂ ਕਾਲਖ ਉਤਾਰ ਕੇ ਸਾਡੇ ਦਰਬਾਰ ਵਿੱਚ ਲੈ ਕੇ ਆਓ। ਸੱਤਾ ਤੇ ਬਲਵੰਡਾ ਵੀ ਕੋਲ ਬੈਠੇ ਹੋਏ। ਭਾਈ ਲੱਦਾ ਜੀ ਨੇ ਬੇਨਤੀ ਕੀਤੀ ਮਹਾਰਾਜ ਬਖਸ਼ ਲਓ, ਤੁਹਾਡੀ ਸ਼ਰਨ ਵਿੱਚ ਆਏ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਇਹਨਾਂ ਦੇ ਜਿਹੜੇ ਸੰਘੇ ਪੱਕੇ ਹੋਏ, ਗਲ ਪੱਕੇ ਹੋਏ ਨੇ, ਭਾਈ ਲੱਦਾ ਜੀ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ ਹੈ, ਗੁਰੂ ਅੰਗਦ ਸਾਹਿਬ ਦੀ ਨਿੰਦਿਆ ਕੀਤੀ, ਗੁਰੂ ਅਮਰਦਾਸ ਗੁਰੂ ਰਾਮਦਾਸ ਪਾਤਸ਼ਾਹ ਦੀ ਨਿੰਦਿਆ ਕੀਤੀ ਹੈ। ਇਸੇ ਗਲੇ ਦੇ ਨਾਲ ਹੁਣ ਇਹ ਸਿਫਤ ਕਰਨ ਤੇ ਇਹਨਾਂ ਦੇ ਪੱਕੇ ਹੋਏ ਗਲੇ ਤਾਂ ਠੀਕ ਹੋਣਗੇ। ਮਹਾਰਾਜ ਇਹਨਾਂ ਦੇ ਸਰੀਰ ਤੇ ਕੋੜ ਹੋਇਆ ਹੈ, ਆਪ ਕਿਰਪਾ ਕਰਕੇ ਕੋੜ ਦਾ ਰੋਗ ਵੀ ਠੀਕ ਕਰ ਦਿਓ। ਪਾਤਸ਼ਾਹ ਕਹਿਣ ਲੱਗੇ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰਵਾਓ, ਦੁੱਖ ਭੰਜਨੀ ਬੇਰ ਥੱਲੇ ਇਸ਼ਨਾਨ ਕਰਾਉਣ ਦੇ ਨਾਲ ਕੋੜ ਦਾ ਰੋਗ ਠੀਕ ਹੋ ਜਾਏ। ਇਹ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਬਖਸ਼ੇ। ਇਹਨਾਂ ਦੋਨਾਂ ਜਾਣਿਆਂ ਨੇ ਜਾ ਕੇ ਦੁੱਖ ਭੰਜਨੀ ਬੇਰ ਥੱਲੇ ਇਸ਼ਨਾਨ ਕੀਤਾ, ਕੋੜ ਦਾ ਰੋਗ ਹਟਿਆ। ਮਹਾਰਾਜ ਦੀ ਸ਼ਰਨ ਵਿੱਚ ਆਏ, ਸਤਿਗੁਰੂ ਸਿਫਤ ਕਿਵੇਂ ਕਰੀਏ, ਸਾਡੇ ਕੋਲੋਂ ਸਿਫਤ ਹੁੰਦੀ ਨਹੀਂ ਪਈ ਹੈ, ਸਾਡੀ ਜ਼ੁਬਾਨ ਨਹੀਂ ਚੱਲਦੀ ਪਈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਦਿਆਂ ਹੋਇਆ, ਮਹਾਰਾਜ ਨੇ ਹੱਥ ਵਿੱਚ ਕਲਮ ਫੜੀ ਹੋਈ ਸੀ, ਸਤਿਗੁਰਾਂ ਨੇ ਦੋਨਾਂ ਦੀ ਜ਼ੁਬਾਨਾਂ ਦੇ ਉੱਪਰ ਕਲਮ ਫੇਰੀ ਆਪਣੇ ਹੱਥਾਂ ਦੇ ਨਾਲ। ਕਹਿਣ ਲੱਗੇ ਲਓ ਤੁਹਾਨੂੰ ਸਿਫਤ ਕਰਨ ਦੀ ਅਸੀਂ ਬਖਸ਼ਿਸ਼ ਵੀ ਗੁਰੂ ਘਰ ਵੱਲੋਂ ਕਰ ਦਿੱਤੀ ਹੈ। ਬੋਲੇ ਸੋ ਨਿਹਾਲ। ਹੁਣ ਜਿਵੇਂ ਜਿਵੇਂ ਇਸ ਜ਼ੁਬਾਨ ਦੇ ਨਾਲ ਤੁਸੀਂ ਸਿਫਤ ਕਰੋਗੇ ਨਾ ਵੱਡੇ ਸਤਿਗੁਰਾਂ ਦੀ, ਇਹ ਤੁਹਾਡੇ ਪੱਕੇ ਹੋਏ ਸੰਘੇ ਜਿਹੜੇ ਨੇ ਗਲੇ ਇਹ ਠੀਕ ਹੋ ਜਾਣਗੇ। ਉਸ ਵੇਲੇ ਭਾਈ ਸੱਤਾ ਤੇ ਬਲਵੰਡਾ ਨੇ ਮਹਾਰਾਜ ਦੇ ਦਰਬਾਰ ਵਿੱਚ ਬੈਠ ਕੇ ਆਖਿਆ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸੱਚ ਜੇ ਗੁਰ ਫਰਮਾਇਆ, ਕਿਉਂ ਏਦੋਂ ਬੋਲੋਂ ਹਟੀਐ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ, ਦਿਲ ਖੋਟੈ ਆਕੀ ਫਿਰਨ, ਬਨ ਭਾਰ ਉਚਾਇਨ ਛਟੀਐ, ਜਿਨ ਆਖੀ ਸੋਈ ਕਰੈ, ਜਿਨ ਕੀਤੀ ਤਿਨੈ ਖਟੀਐ, ਕੌਣ ਹਾਰੇ ਕਿਨ ਉਵਟੀਐ। ਐਸੇ ਬਚਨ ਕਰਕੇ ਫਿਰ ਸਿਫਤ ਕਰਦੇ ਪਏ। ਇਸ ਗੁਰਬਾਣੀ ਦੀਆਂ ਗੁਰਮੁਖੋ 8 ਪੌੜੀਆਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਪਹਿਲੀਆਂ 4 ਪੌੜੀਆਂ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਇਹਨਾਂ ਨੇ ਸਿਫਤ ਕੀਤੀ ਹੈ। 5ਵੀਂ ਪੌੜੀ ਵਿੱਚ ਫਿਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੀ ਸਿਫਤ ਹੈ। 6ਵੀਂ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸਿਫਤ ਕੀਤੀ ਹੈ। 7ਵੀਂ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਕੀਤੀ ਹੈ। 8ਵੀਂ ਪੌੜੀ ਦੇ ਵਿੱਚ
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਿਫਤ ਕਰਕੇ ਇਸ ਤਰ੍ਹਾਂ ਇਹ 8 ਪੌੜੀਆਂ ਵਾਲੀ ਵਾਰ ਜਿਹੜੀ ਹੈ ਉਸ ਵੇਲੇ ਸਤਿਗੁਰਾਂ ਨੇ ਇਹਨਾਂ ਦੇ ਕੋਲੋਂ ਇਹ ਗਾਇਨ ਕਰਵਾਈ। ਇਹਨਾਂ ਦੇ ਕੋੜ੍ਹ ਦੇ ਰੋਗ ਨੂੰ ਠੀਕ ਕਰਕੇ ਮਹਾਰਾਜ ਨੇ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਲਾ ਕੇ ਦੁਬਾਰਾ ਫਿਰ ਇਹਨਾਂ ਨੂੰ ਕੀਰਤਨ ਦੀ ਹਾਜ਼ਰੀ ਭਰਨ ਵਾਸਤੇ ਮਹਾਰਾਜ ਨੇ ਆਪਣੇ ਦਰਬਾਰ ਵਿੱਚ ਰੱਖਿਆ। ਸੋ ਇਹ ਸਾਰੀ ਸਾਖੀ ਜਿਹੜੀ ਹੈ ਉਹ ਇਹਨਾਂ ਦੇ ਜੀਵਨ ਦੇ ਨਾਲ ਇਸ ਗੁਰਬਾਣੀ ਦੀ ਜੁੜੀ ਹੋਈ ਹੈ ਜੋ ਅੱਜ ਆਪਾਂ ਸਰਵਣ ਕੀਤੀ ਹੈ। ਸਤਿਗੁਰੂ ਕਿਰਪਾ ਕਰਨਗੇ ਇਸ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਕਿ ਮਹਾਰਾਜ ਕਿਵੇਂ ਕਿਰਪਾ ਕਰਦੇ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਰਾਮਕਲੀ ਕੀ ਵਾਰ ਰਾਏ ਬਲਵੰਡ, ਮਹਾਰਾਜ ਨੇ ਭਾਈ ਬਲਵੰਡ ਨੂੰ ਰਾਏ ਦਾ ਖਿਤਾਬ ਬਖਸ਼ਿਸ਼ ਕੀਤਾ ਸੀ। ਸੱਤਾ ਡੂਮ ਆਖੀ, ਇਹ ਜਿਹੜਾ ਸੱਤਾ ਹੈ ਡੂਮ ਮਰਾਸੀ, ਇਹ ਉਹਨਾਂ ਦੀ ਭਾਸ਼ਾ ਦੇ ਵਿੱਚ ਇਹ ਵਾਰ ਕਹੀ ਹੈ। ਇਹ ਵਾਰ ਜਿਹੜੀ ਹੈ ਨਾ ਮਰਾਸੀਆਂ ਡੂਮਾਂ ਦੀ ਭਾਸ਼ਾ ਦੇ ਵਿੱਚ ਜਿਵੇਂ ਬਚਨ ਆਉਂਦਾ ਜੋ ਖੀਵਦਾ ਪੜੀਵਦਾ, ਸੋ ਇਸ ਤਰ੍ਹਾਂ ਦੇ ਬਚਨ ਆਉਂਦੇ ਪਏ। ਇਹ ਜਿਵੇਂ ਮਰਾਸੀਆਂ ਦੀ ਭਾਸ਼ਾ ਹੁੰਦੀ ਹੈ ਨਾ ਬੋਲਣ ਵਾਲੀ, ਉਸ ਤਰੀਕੇ ਦੇ ਨਾਲ ਇਹ ਮਹਾਰਾਜ ਸਾਹਿਬ ਜੀਆਂ ਨੇ ਵਾਰ ਇਹਨਾਂ ਦੇ ਮੁਖੋਂ ਕਢਵਾਈ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ। ਮਹਾਰਾਜ ਕਿਵੇਂ ਬਖਸ਼ਿਸ਼ ਕਰਨਗੇ ਉਹ ਵਿਚਾਰ ਆਪਾਂ ਕੱਲ ਨੂੰ ਫਿਰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ ਸਾਹਿਬ ਸਿਓ ਮਿਲੋ। ਏਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।